ਸਤਨਾਮ ਵਾਹਿਗੁਰੂ ਸਾਹਿਬ ਜੀ ਦੋਹਰਾ। ਸਾਖੀ ਸੁਨੋ ਕਸੂਰ ਕੀ, ਜਿਮ ਪ੍ਰਥਮ ਸਿੰਘਨ ਲਈ ਮਾਰ। ਆਕੀ ਹੋਤ ਲਹੌਰ ਤੇ, ਆਈ ਪਠਾਨਨ ਹਾਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਾਹਿਬ ਜੀ ਦੀ ਸਾਜੀ ਨਵਾਜੀ ਹੋਈ ਗੁਰੂ ਰੂਪ ਸਾਧ ਸੰਗਤ ਜੀ, ਆਪ ਜੀ ਅਤਿਅੰਤ ਵੱਡੇ ਭਾਗਾਂ ਵਾਲੇ ਹੋ, ਜਿਨ੍ਹਾਂ ਨੂੰ ਗੁਰੂ ਸਾਹਿਬਾਂ ਦੇ ਪਾਵਨ ਚਰਨਾਂ ਵਿੱਚ ਹਾਜ਼ਰੀਆਂ ਭਰਨ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ ਔਰ ਗੁਰੂ ਕੀ ਪਵਿੱਤਰ ਪਾਵਨ ਬਾਣੀ ਦਾ ਕੀਰਤਨ ਸਰਵਣ ਕੀਤਾ ਹੈ। ਸਾਧ ਸੰਗਤ ਜੀ, ਆਪ ਜੀ ਸ਼ਾਮ ਦੇ ਦੀਵਾਨਾਂ ਵਿੱਚ ਗੁਰੂ ਖਾਲਸੇ ਪੰਥ ਦੀ ਪ੍ਰਾਚੀਨ ਕਥਾ, ਸਿੰਘਾਂ ਨੇ ਕਿਸ ਤਰ੍ਹਾਂ 18ਵੀਂ ਸਦੀ ਦੇ ਵਿੱਚ ਬੜੀਆਂ ਭਾਰੀ ਘਾਲਣਾ ਘਾਲ ਕੇ ਸਿੱਖੀ ਦੇ ਬੂਟੇ ਨੂੰ ਹਰਾ ਭਰਾ ਰੱਖਿਆ ਹੈ। ਆਪਣਾ ਖੂਨ ਸਿੰਜ ਕੇ ਵੀ ਗੁਰੂ ਖਾਲਸੇ ਨੇ ਇਸ ਬੂਟੇ ਨੂੰ ਕੁਮਲਾਣ ਨਹੀਂ ਦਿੱਤਾ। ਬੜੇ ਬੜੇ ਜੰਗ ਜੰਜਾਲ ਹੁੰਦੇ ਰਹੇ। ਵੱਡਾ ਘੱਲੂਘਾਰਾ ਤੁਸੀਂ ਸੁਣਿਆ ਹੈ। ਉਸ ਤੋਂ ਪਹਿਲਾਂ ਛੋਟੇ ਘੱਲੂਘਾਰੇ ਦੀ ਕਥਾ ਵੀ ਪਿਛਲੇ ਮਹੀਨੇ ਆਪ ਜੀ ਸਰਵਣ ਕਰ ਚੁੱਕੇ ਹੋ। ਛੋਟੇ ਘੱਲੂਘਾਰੇ ਤੋਂ, ਵੱਡੇ ਘੱਲੂਘਾਰੇ ਤੋਂ ਖਾਲਸਾ ਜਿਹੜਾ ਉੱਭਰਿਆ ਹੈ, ਜੋ ਖਾਲਸੇ ਦੇ ਅੰਦਰ ਸਪਿਰਟ ਭਰੀ ਹੈ, ਉਸੇ ਨੇ ਖਾਲਸਾ ਰਾਜ ਦੀ ਨੀਂਹ ਰੱਖੀ ਹੈ। ਬੇਅੰਤ ਸ਼ਹੀਦੀਆਂ ਦੇ ਦੌਰ ਵਿੱਚੋਂ ਸਿੰਘ ਨਿਕਲੇ। ਹੁਣ ਖਾਲਸਾ ਮੋਰਚੇ ਫਤਿਹ ਕਰਨ ਲੱਗ ਪਿਆ। ਮੁਰਿੰਡਾ ਫਤਿਹ ਕੀਤਾ। ਇਹ ਕੱਲ੍ਹ ਆਪਾਂ ਸਰਵਣ ਕੀਤੀ ਹੈ ਕਥਾ। ਜਿਹੜੀਆਂ ਮਿਸਲਾਂ ਅੰਮ੍ਰਿਤਸਰ ਰਹਿ ਗਈਆਂ ਸਨ, 5 ਮਿਸਲਾਂ, ਉਹਨਾਂ ਨੇ ਕਸੂਰ ਫਤਿਹ ਕੀਤੀ। ਉਹ ਕਥਾ ਅੱਜ ਦੇ ਪ੍ਰਕਰਣਾਂ ਵਿੱਚ ਭਾਈ ਸਾਹਿਬ ਭਾਈ ਰਤਨ ਸਿੰਘ ਜੀ ਸ਼ਹੀਦ ਲਿਖ ਰਹੇ ਨੇ। ਆਓ ਮਨ ਬਿਰਤੀਆਂ ਇਕਾਗਰ ਕਰਕੇ ਗੁਰੂ ਚਰਨਾਂ ਦਾ ਧਿਆਨ ਧਰ ਕੇ ਸਰਵਣ ਕਰੀਏ। ਆਖੀਏ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਦੋਹਰਾ। ਸਾਖੀ ਸੁਨੋ ਕਸੂਰ ਕੀ, ਜਿਮ ਪ੍ਰਥਮ ਸਿੰਘਨ ਲਈ ਮਾਰ। ਭਾਈ ਸਾਹਿਬ ਜੀ ਕਹਿੰਦੇ ਕਸੂਰ ਇੱਕ ਸ਼ਹਿਰ ਹੈ ਜਿਹੜਾ ਅੱਜ ਕੱਲ੍ਹ ਪਾਕਿਸਤਾਨ ਵਿੱਚ ਰਹਿ ਗਿਆ ਹੈ। ਲਾਹੌਰ ਤੇ ਕਸੂਰ ਨੇੜੇ ਨੇੜੇ ਵੱਡੇ ਸ਼ਹਿਰ ਮੰਨੇ ਜਾਂਦੇ ਹਨ। ਕਸੂਰ ਦਾ ਇਲਾਕਾ ਵੀ ਬਹੁਤ ਸਰਸਬਜ਼ ਇਲਾਕਾ ਸੀ, ਜਰਖੇਜ਼ ਸੀ ਔਰ ਇੱਥੇ ਪਠਾਣਾਂ ਦਾ ਰਾਜ ਸੀ। 10ਵੇਂ ਪਾਤਸ਼ਾਹ ਜੀ ਨੇ ਕਥਾ ਲਿਖੀ ਹੈ, ਤਹੀਂ ਤਿਨੈ ਬਾਂਧੇ ਦੋਇ ਪਰੂਆ, ਏਕ ਕਸੂਰ ਦੁਤੀ ਲਹਰੂਆ। ਰਾਮਚੰਦਰ ਜੀ ਦੇ 2 ਬੇਟੇ ਸਨ, ਲਵ ਤੇ ਕੁਸ਼। ਲਵ ਨੇ ਲਵਪੁਰ ਲਾਹੌਰ ਵਸਾਇਆ, ਕੁਸ਼ ਨੇ ਕਸੂਰ ਵਸਾਇਆ। ਕਸੂਰ 'ਚ ਪਠਾਣਾਂ ਦਾ ਕਬਜ਼ਾ ਹੋ ਗਿਆ ਤੇ ਉੱਥੇ ਪਠਾਣਾਂ ਦਾ ਰਾਜ ਸੀ। ਸਿੰਘਾਂ ਨੇ ਕਸੂਰ ਕਿਸ ਤਰ੍ਹਾਂ ਫਤਿਹ ਕੀਤਾ, ਉਹ ਕਥਾ ਭਾਈ ਸਾਹਿਬ ਜੀ ਲਿਖਦੇ ਹਨ। ਆਕੀ ਹੋਤ ਲਾਹੌਰ ਤੇ, ਆਈ ਪਠਾਨਨ ਹਾਰ। ਇਹ ਲਾਹੌਰ ਤੋਂ ਆਕੀ ਰਹਿੰਦੇ ਸਨ ਪਠਾਨ। ਇਹੋ ਜਿਹੇ ਆਕੜੇ ਖਾਨ ਸਨ ਵੀ ਦਿੱਲੀ ਵਾਲਿਆਂ ਨੂੰ ਵੀ ਮਾਮਲਾ ਟੈਕਸ ਦੇਣ ਤੋਂ ਕਈ ਵਾਰੀ ਨਾਂਹ ਕਰ ਦਿੰਦੇ ਸਨ। ਲਾਹੌਰ ਵਾਲਿਆਂ ਅੱਗੇ ਵੀ ਆਕੜ ਜਾਂਦੇ ਸਨ। ਇਹੋ ਜਿਹੇ ਆਕੜ ਖਾਨ ਪਠਾਣਾਂ ਦੀ ਹਾਰ ਕਿਵੇਂ ਹੋਈ ਹੈ, ਉਹ ਸੁਣੋ ਕਥਾ। ਚਾਉ ਪਈ ਸਹੀ 1817 ਸਾਲ, 1817 ਬਿਕਰਮੀ ਦੀ ਗੱਲ ਹੈ। ਤੇਰੇ ਕਰੇ ਗਿਰਦ ਅੰਮ੍ਰਿਤ ਤਾਲ। ਖਾਲਸੇ ਨੇ ਅੰਮ੍ਰਿਤਸਰ ਦੇ ਲਾਗੇ ਸਰੋਵਰ ਤੇ ਛਾਉਣੀ ਪਾਈ ਹੋਈ ਸੀ। ਸਿੰਘਾਂ ਦਾ ਡੇਰਾ ਅੰਮ੍ਰਿਤਸਰ ਲੱਗਾ ਹੋਇਆ ਸੀ। ਵਿਸਾਖੀ ਨਹਾਏ ਸਿੰਘ ਭਏ ਤਿਆਰ। ਵਿਸਾਖੀ ਦਾ ਇਸ਼ਨਾਨ ਸਿੰਘਾਂ ਨੇ ਅੰਮ੍ਰਿਤਸਰ ਕੀਤਾ ਤੇ 1817 ਬਿਕਰਮੀ ਦੇ ਇਸ਼ਨਾਨ ਤੋਂ ਬਾਅਦ ਸਿੰਘ ਤਿਆਰ ਹੋਏ। ਅੱਧਾ ਦਲ ਭਇਓ ਵਿਆਹੋ ਪਾਰ। ਅੱਧਾ ਦਲ ਜਿਹੜਾ ਸੀਗਾ ਉਹ ਬਿਆਸਾ ਤੋਂ ਪਾਰ ਦੁਆਬੇ ਤੇ ਮਾਲਵੇ ਵੱਲ ਚਲਾ ਗਿਆ। ਬਾਬਾ ਜੱਸਾ ਸਿੰਘ ਜੀ ਆਹਲੂਵਾਲੀਆ ਅਤੇ ਹੋਰ ਬਹੁਤ ਸਾਰੇ ਜਥੇ ਉਹਨਾਂ ਦੇ ਨਾਲ ਚਲੇ ਗਏ। 5 ਮਿਸਲ ਥੀ ਊਹਾ ਰਹੀ। 5 ਮਿਸਲਾਂ ਸਿੱਖਾਂ ਦੀਆਂ ਅੰਮ੍ਰਿਤਸਰ ਰਹਿ ਗਈਆਂ ਤੇ 6 ਮਿਸਲਾਂ ਮਾਲਵੇ ਜਾਂ ਦੁਆਬੇ ਨੂੰ ਚਲੀਆਂ ਗਈਆਂ। ਰਾਮ ਗੜੀਏ ਕਨਈਏ ਸ਼ੱਕਰ ਚੱਕੀਏ ਨਕਈ। ਕਿਹੜੀਆਂ ਮਿਸਲਾਂ ਪਿੱਛੇ ਰਹਿ ਗਈਆਂ? ਰਾਮਗੜੀਏ ਜੱਸਾ ਸਿੰਘ ਦੀ,
ਚੜ੍ਹਤ ਸਿੰਘ ਸ਼ੂਕਰ ਚੱਕੀਏ ਦੀ, ਕਰਮ ਸਿੰਘ ਨਕਈ ਦੀ ਤੇ ਭੰਗੀਆਂ ਦੀ ਮਿਸਲ। ਇਹ ਜਿਹੜੀਆਂ ਮਿਸਲਾਂ ਪਿੱਛੇ ਰਹਿ ਗਈਆਂ। ਹਾਂਜੀ। ਭੰਗੀ ਹਰੀ ਸਿੰਘ ਥੋ ਊਹਾਂ ਰਹਿਓ। ਕਨਈਏ ਜੈ ਸਿੰਘ ਦੀ ਮਿਸਲ ਤੇ ਹਰੀ ਸਿੰਘ ਭੰਗੀ ਦੀ ਮਿਸਲ, ਸ਼ੂਕਰ ਚੱਕੀਏ ਚੜ੍ਹਤ ਸਿੰਘ ਦੀ ਮਿਸਲ। ਇਹ 5 ਮਿਸਲਾਂ ਅੰਮ੍ਰਿਤਸਰ ਬੈਠੀਆਂ ਸਨ। ਸ੍ਰੀ ਅੰਮ੍ਰਿਤਸਰ ਸਰੋਵਰ ਦੇ ਕਿਨਾਰੇ ਤੇ ਸਿੰਘਾਂ ਨੇ ਛਾਉਣੀ ਪਾਈ ਹੋਈ ਸੀ। ਕਿਲੈ ਆਪਣੈ ਸੋ ਥੋ ਬਹਿਓ। ਔਰ ਭੰਗੀਆਂ ਦਾ ਜਿਹੜਾ ਉੱਥੇ ਟਿਕਾਣਾ ਸੀ, ਕਿਲਾ ਬਣਾਇਆ ਹੋਇਆ ਸੀ, ਉਹਦੇ ਵਿੱਚ ਹਰੀ ਸਿੰਘ ਬੈਠਾ ਸੀ। ਅਕਾਲ ਬੁੰਗੈ ਪਹਿਰ ਤੀਜੇ ਆਵੈ। ਤੀਜੇ ਪਹਿਰ ਦੁਪਹਿਰ ਤੋਂ ਬਾਅਦ 3-4 ਵਜੇ ਨੂੰ ਸ਼ਾਮ ਦਾ ਦੀਵਾਨ ਸਜਣਾ ਸ਼ੁਰੂ ਹੁੰਦਾ ਸੀ। ਅਕਾਲ ਤਖਤ ਤੇ ਢਾਡੀਆਂ ਦੀਆਂ ਵਾਰਾਂ ਲੱਗ ਜਾਂਦੀਆਂ ਸਨ, ਕੀਰਤਨ ਹੁੰਦਾ ਸੀ ਤੇ ਗੁਰਮਤਿ ਦੀਆਂ ਵਿਚਾਰਾਂ ਹੁੰਦੀਆਂ ਸਨ। ਹਰੀ ਸਿੰਘ ਭੰਗੀ ਸ੍ਰੀ ਅਕਾਲ ਤਖਤ ਸਾਹਿਬ ਤੇ ਆ ਕੇ ਬੈਠ ਜਾਂਦਾ ਸੀ। ਸੁਣ ਅਰਦਾਸ ਸਭ ਡੇਰਾ ਸਿਧਾਵੈ। ਰਹਿਰਾਸ ਦਾ ਪਾਠ ਹੋਣ ਤੋਂ ਬਾਅਦ, ਅਰਦਾਸ ਤੋਂ ਬਾਅਦ ਹਰੀ ਸਿੰਘ ਭੰਗੀ ਅਤੇ ਬਾਕੀ ਸਾਰੇ ਸਿੰਘ ਆਪਣੇ ਆਪਣੇ ਤੰਬੂਆਂ 'ਚ ਆਪਣੀ ਆਪਣੀ ਛਾਉਣੀਆਂ 'ਚ ਜਾ ਕੇ ਆਰਾਮ ਕਰਦੇ ਸਨ। ਨਿਤ ਪ੍ਰਤ ਐਸੋ ਕਰਤ ਖਿਆਲ। ਨਿਤਾ ਪ੍ਰਤੀ ਸਿੰਘਾਂ ਦਾ ਇਹ ਖਿਆਲ ਸੀ। ਸਿੰਘ ਇਸ ਤਰ੍ਹਾਂ ਦੀ ਮਰਿਆਦਾ ਰੱਖਦੇ ਸਨ। ਅਕਾਲ ਤਖਤ ਤੇ ਰਹਿਰਾਸ ਦਾ ਪਾਠ, ਇਹਦਾ ਸਾਧ ਸੰਗਤ ਜੀ ਹਰਿਮੰਦਰ ਸਾਹਿਬ ਵਿੱਚ ਤਾਂ ਪਾਠ ਜਿਹੜਾ ਰਹਿਰਾਸ ਦਾ ਇਹ ਕੁਝ ਪ੍ਰੇਮੀ ਸੁਣਿਆ ਕਰਦੇ ਸਨ। ਅਕਾਲ ਤਖਤ ਤੇ ਸਾਰਾ ਪੰਥ ਸੁਣਿਆ ਕਰਦਾ ਸੀ। ਹੁਣ ਮਰਿਆਦਾ ਜਿਹੜੀ ਹੈ ਉਹ ਹਰਿਮੰਦਰ ਸਾਹਿਬ ਤੋਂ ਤਾਂ ਤੁਸੀਂ ਸੁਣਦੇ ਹੋ, ਅਕਾਲ ਤਖਤ ਸਾਹਿਬ ਤੇ ਪਾਠ ਹੁੰਦਾ ਤਾਂ ਹੈ ਪਰ ਸੁਣਨ ਵਾਲੇ ਵਿਰਲੇ ਹੀ ਹੁੰਦੇ ਹਨ। ਪਹਿਲਾਂ ਰਹਿਰਾਸ ਦਾ ਦੀਵਾਨ ਅਕਾਲ ਤਖਤ ਤੇ ਸਜਿਆ ਕਰਦਾ ਸੀ। ਐਸੀ ਮਰਿਆਦਾ 1925 ਤੱਕ ਰਹੀ ਹੈ। ਪੁਰਾਣੇ ਸਾਰੇ ਗ੍ਰੰਥਾਂ ਵਿੱਚੋਂ ਇਹਦੀ ਸਾਨੂੰ ਪਰੰਪਰਾ ਦਾ ਪਤਾ ਲੱਗਦਾ ਹੈ। ਸ੍ਰੀ ਅਕਾਲ ਤਖਤ ਰਹਿਰਾਸ ਦੇ ਦੀਵਾਨ ਵਿੱਚ ਹਰ ਇੱਕ ਸਿੰਘ ਆਉਂਦਾ ਸੀ ਤੇ ਸਾਰੇ ਅਕਾਲ ਤਖਤ ਤੇ ਬਹਿ ਕੇ ਪਾਠ ਸੁਣਦੇ ਸਨ। ਬਰਸੈ ਮੀਂਹ ਭਾਵੈ ਵਗੈ ਵਾਲ। ਭਾਵੇਂ ਮੀਂਹ ਹੋਵੇ ਭਾਵੇਂ ਹਨੇਰੀ ਹੋਵੇ, ਝੱਖੜ ਹਨੇਰੀ ਦੀ ਪ੍ਰਵਾਹ ਕਰੇ ਤੋਂ ਬਿਨਾਂ ਬਾਬਾ ਹਰੀ ਸਿੰਘ ਜੀ, ਜੱਸਾ ਸਿੰਘ ਰਾਮਗੜੀਆ ਤੇ ਬਾਕੀ ਜੈ ਸਿੰਘ, ਚੜ੍ਹਤ ਸਿੰਘ, ਸਾਰੇ ਸਰਦਾਰ, ਸਾਰੇ ਸਿੰਘ ਅਕਾਲ ਤਖਤ ਜ਼ਰੂਰ ਪਹੁੰਚਦੇ। ਨਿਤਨੇਮ ਦੇ ਪੱਕੇ ਸਨ, ਬਾਣੀ ਨਹੀਂ ਸੀ ਛੱਡਦੇ ਗੁਰੂ ਦੀ। ਭਾਵੇਂ ਉਹਨਾਂ ਨੂੰ ਜੰਗ ਯੁੱਧ ਵੀ ਕਰਨੇ ਪੈਂਦੇ ਸਨ ਪਰ ਬਾਣੀ ਗੁਰੂ ਦੀ ਉਹ ਹਰ ਵੇਲੇ ਪੜ੍ਹਦੇ ਰਹਿੰਦੇ ਸਨ। ਅਕਾਲ ਤਖਤ ਦੇ ਉੱਤੇ ਚੜ੍ਹਤ ਸਿੰਘ, ਹਰੀ ਸਿੰਘ, ਜੱਸਾ ਸਿੰਘ ਰਾਮਗੜੀਆ, ਹੋਰ ਸਰਦਾਰ ਬੈਠੇ ਸਨ। ਇਸੀ ਤੌਰ ਸਭ ਖਾਲਸੋ ਆਵੈ। ਸਾ ਖਾਲਸਾ ਹੋਰ ਵੀ ਸਾਰਾ ਜਿਹੜਾ ਉੱਥੇ ਇਕੱਠਾ ਹੋ ਜਾਂਦਾ ਸੀ। ਜਥੇਦਾਰਾਂ ਦੇ ਨਾਲ ਬਾਕੀ ਸਿੰਘ ਸੂਰਮੇ ਵੀ, ਫੌਜ ਵੀ ਲਗਭਗ ਸਾਰੀ ਆ ਕੇ ਪਾਠ ਸੁਣਦੀ ਸੀ। ਹਾਂਜੀ। ਸੁਣ ਅਰਦਾਸ ਸਭ ਡੇਰਾ ਸਿਧਾਵੈ। ਰਹਿਰਾਸ ਦੇ ਪਾਠ ਤੋਂ ਬਾਅਦ ਅਰਦਾਸ ਹੁੰਦੀ ਸੀ ਤੇ ਫਿਰ ਆਪਣੇ ਆਪਣੇ ਡੇਰਿਆਂ ਨੂੰ ਸਾਰੇ ਸਿੰਘ ਚਲੇ ਜਾਂਦੇ ਸਨ। ਬੈਰ ਪਾਪ ਤਹ ਕਰੈ ਨ ਕੋਏ। ਉਸ ਵੇਲੇ ਸਿੰਘਾਂ ਦੇ ਮਨ ਵਿੱਚ ਇੱਕ ਦੂਜੀ ਪ੍ਰਤੀ ਕੋਈ ਵੈਰ ਭਾਵਨਾ ਨਹੀਂ ਸੀ ਹੁੰਦੀ। ਮਨ 'ਚ ਕੋਈ ਪਾਪ ਨਹੀਂ ਸੀ ਹੁੰਦਾ। ਮਨ ਵਿੱਚ ਬੜੀ ਪਵਿੱਤਰਤਾ, ਸ਼ੁੱਧੀ, ਸਿੰਘਾਂ ਨੂੰ ਭਰਾਵਾਂ ਦੀ ਤਰ੍ਹਾਂ ਪਿਆਰ ਕਰਨਾ, ਦੇਖ ਕੇ ਖੁਸ਼ ਹੋਣਾ। ਭਾਵੇਂ ਹਰੀ ਸਿੰਘ ਭੰਗੀ ਸੀ, ਭਾਵੇਂ ਜੱਸਾ ਸਿੰਘ ਰਾਮਗੜੀਆ ਸੀ, ਭਾਵੇਂ ਜੈ ਸਿੰਘ ਸੀ, ਚੜ੍ਹਤ ਸਿੰਘ ਸੀ ਔਰ ਕਰਮ ਸਿੰਘ ਸੀ। ਇਹ ਸਾਰੇ ਸਰਦਾਰ ਉਦੋਂ ਇੱਥੇ ਮਿਸਲਾਂ ਸਮੇਤ 5 ਮਿਸਲਾਂ ਅੰਮ੍ਰਿਤਸਰ ਬੈਠੀਆਂ ਸਨ ਖਾਲਸੇ ਦੀਆਂ। ਲਾਏ ਦੀਵਾਨ ਸਭ ਗੁਰਮਤੋ ਹੋਏ। ਦੀਵਾਨ ਲੱਗਦਾ ਸੀ, ਗੁਰਮਤੇ ਉੱਥੇ ਹੁੰਦੇ ਸਨ। ਅਕਾਲ ਤਖਤ ਦੇ ਉੱਪਰ ਬੈਠ ਕੇ ਸਿੰਘ ਆਉਣ ਵਾਲੇ ਸਮੇਂ ਦੀਆਂ ਭਵਿੱਖ ਦੀਆਂ ਵਿਚਾਰਾਂ ਕਰਿਆ ਕਰਦੇ ਸਨ। ਦੋਹਰਾ ਏਕ ਦਿਵਸ ਹਰੀ ਸਿੰਘ ਜੀ ਬੈਠੇ ਹੁਤੇ ਦਰਬਾਰ। ਇੱਕ ਦਿਨ ਜਥੇਦਾਰ ਬਾਬਾ ਹਰੀ ਸਿੰਘ ਜੀ ਭੰਗੀ ਅਕਾਲ ਤਖਤ ਤੇ ਬੈਠੇ ਰਹਿਰਾਸ ਦਾ ਪਾਠ ਸੁਣ ਰਹੇ ਸਨ। ਦੁਈ ਦੁਹਾਈ ਆਨ ਬਿਪ ਕਸੂਰੀਓ ਊਚ ਪੁਕਾਰ। ਉੱਥੇ ਅਕਾਲ ਤਖਤ ਦੇ ਪਾਠ ਦੇ ਵਿਚਕਾਰ ਇੱਕ ਬ੍ਰਾਹਮਣ ਆ ਗਿਆ। ਬ੍ਰਾਹਮਣ ਨੇ ਆ ਕੇ ਰੌਲਾ ਪਾ ਦਿੱਤਾ, ਪੁਕਾਰ ਕਰਨ ਲੱਗਾ, ਦੁਹਾਈ ਦੇਣ ਲੱਗਾ, ਖਾਲਸਾ ਜੀ ਦੁਹਾਈ ਹੈ, ਦੁਹਾਈ ਹੈ, ਦੁਹਾਈ ਹੈ। ਸਾਰੇ ਸਿੰਘਾਂ ਦਾ ਧਿਆਨ ਉਹਦੇ ਵੱਲ ਹੋ ਗਿਆ। ਉਹ ਬ੍ਰਾਹਮਣ ਦੀ ਪੁਕਾਰ ਸੁਣੀ। ਉਹ ਕਸੂਰ ਤੋਂ ਆਇਆ ਸੀ। ਚਾਉ ਪਈ ਉੱਚੇ ਬਿਪ ਯਾਉ ਕਰੀ ਪੁਕਾਰ। ਉਸ ਬ੍ਰਾਹਮਣ ਨੇ ਖਾਲਸੇ ਦੇ ਅੱਗੇ ਰੋ ਰੋ ਕੇ ਆਪਣਾ ਹਾਲ ਸੁਣਾਇਆ, ਪੁਕਾਰ ਕੀਤੀ।
ਖੋਹੀ ਕਸੂਰੀਅਨ ਮੇਰੀ ਨਾਰ। ਉਹ ਬ੍ਰਾਹਮਣ ਕਹਿਣ ਲੱਗਾ, ਖਾਲਸਾ ਜੀ, ਮੇਰੀ ਘਰ ਵਾਲੀ ਬ੍ਰਾਹਮਣੀ ਨੂੰ ਕਸੂਰ ਦੇ ਪਠਾਣਾਂ ਨੇ ਖੋਹ ਲਿਆ ਹੈ। ਉਹ ਮੇਰੀ ਘਰ ਵਾਲੀ ਕਬਜ਼ੇ 'ਚ ਕਰਕੇ ਬੈਠੇ, ਲੁਕਾਈ ਬੈਠੇ, ਮੇਰੀ ਘਰ ਵਾਲੀ ਦਿੰਦੇ ਨਹੀਂ ਹਨ ਮੈਨੂੰ। ਤੁਮ ਖਾਲਸੇ ਹੋ ਹਿੰਦੂ ਧਰਮ। ਤੁਸੀਂ ਖਾਲਸਾ ਪੰਥ ਹਿੰਦੂ ਧਰਮ ਦੀ ਰਾਖੀ ਕਰਨ ਲਈ ਮਹਾਰਾਜ ਨੇ ਸਾਜਿਆ ਹੈ। ਜਦੋਂ ਕਸ਼ਮੀਰੀ ਪੰਡਤਾਂ ਨੇ ਪੁਕਾਰ ਕੀਤੀ, ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੇ ਤਿਲਕ ਜੰਝੂ ਦੀ ਖਾਤਰ ਆਪਣਾ ਸੀਸ ਬਲੀਦਾਨ ਦਿੱਤਾ ਤੇ 10ਵੇਂ ਪਾਤਸ਼ਾਹ ਜੀ ਨੇ ਫੌਜ ਖਾਲਸੇ ਦੀ ਸਾਜੀ। ਹਿੰਦੂ ਧਰਮ ਦੀ ਰਾਖੀ ਤੁਸੀਂ ਹੀ ਕਰਨੀ ਹੈ। ਪੰਥ ਨਾਨਕ ਕੋ ਛਤਰੀ ਕਰਮ। ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਦਾ ਜੋ ਪੰਥ ਖਾਲਸਾ ਹੈ, ਇਹ ਛਤਰੀ ਧਰਮ ਹੈ। ਹਿੰਦੂ ਧਰਮ ਦੇ ਵਿੱਚ 4 ਵਰਨ ਮੰਨੇ ਗਏ ਨੇ, ਬ੍ਰਾਹਮਣ, ਖੱਤਰੀ, ਵੈਸ਼, ਸ਼ੂਦਰ। ਜਿਹੜਾ ਛਤਰੀ ਧਰਮ ਹੈ ਉਹ ਜੰਗ ਜੁੱਧ ਕਰਨਾ। ਛਤਰੀ ਦਾ ਕੰਮ ਹੈ ਪ੍ਰਜਾ ਦੀ ਰੱਖਿਆ ਕਰਨੀ। ਸੋ ਤੁਸੀਂ ਛਤਰੀ ਹੋ ਖਾਲਸਾ ਜੀ, ਸਾਡੀ ਰੱਖਿਆ ਤੁਸੀਂ ਕਰਨੀ ਹੈ। ਤੁਰਕਨ ਕਰੀ ਜ਼ੁਲਮੀ ਭਾਰੀ। ਪਠਾਣਾ ਨੇ, ਕਸੂਰ ਦੇ ਪਠਾਣਾ ਨੇ ਬੜਾ ਜ਼ੁਲਮ ਕੀਤਾ ਹੈ, ਬੜਾ ਧੱਕਾ ਕੀਤਾ ਹੈ ਸਾਡੇ ਨਾਲ। ਤੁਰਕਨ ਆਈ ਗਲਨੈ ਵਾਰੀ। ਸੋ ਖਾਲਸਾ ਜੀ, ਤੁਰਕਾਂ ਦਾ ਹੁਣ ਅੰਤ ਸਮਾਂ ਆ ਗਿਆ ਹੈ। ਇਹਨਾਂ ਦਾ ਬੇੜਾ ਗਰਕ ਹੋਣ ਦਾ ਟਾਈਮ ਆ ਗਿਆ ਹੈ। ਮੈਂ ਆਇਓ ਖਾਲਸਾ ਸ਼ਰਨਾਈ। ਮੈਂ ਹੁਣ ਖਾਲਸੇ ਦੀ ਸ਼ਰਨ ਆਇਆ ਹਾਂ। ਖਾਲਸਾ ਮੇਰੀ ਲਾਜ ਰੱਖ ਲਵੇ। ਯੋ ਕਹਿ ਕੈ ਫਿਰ ਦਈ ਦੁਹਾਈ। ਇਸ ਤਰ੍ਹਾਂ ਦੁਹਾਈ ਦਿੱਤੀ, ਪੁਕਾਰ ਕੀਤੀ ਉਸ ਬ੍ਰਾਹਮਣ ਨੇ ਖਾਲਸੇ ਪੰਥ ਦੇ ਚਰਨਾਂ ਵਿੱਚ। ਸ੍ਰੀ ਅਕਾਲ ਬੁੰਗੇ ਸਾਹਿਬ ਤੇ ਯਹ ਦਰਬਾਰ ਛੱਡ ਔਰ ਕਤ ਜਾਊਂ। ਉਹ ਬ੍ਰਾਹਮਣ ਧਾਹਾਂ ਮਾਰ ਕੇ ਰੋ ਰਿਹਾ ਸੀ ਤੇ ਕਹਿ ਰਿਹਾ ਸੀ, ਖਾਲਸਾ ਜੀ, ਮੈਂ ਹੁਣ ਸ੍ਰੀ ਅਕਾਲ ਤਖਤ ਸਾਹਿਬ ਤੋਂ ਹੋਰ ਕਿੱਥੇ ਜਾ ਕੇ ਪੁਕਾਰ ਕਰਾਂ? ਇਹ ਦਰਬਾਰ ਛੱਡ ਕੇ ਮੈਂ ਕਿੱਥੇ ਜਾਵਾਂ? ਦਿਸੈ ਨਾ ਠੌਰ ਜਹ ਅਦਾਲਤ ਪਾਊਂ। ਮੈਨੂੰ ਕੋਈ ਇਹੋ ਜਿਹੀ ਅਦਾਲਤ, ਇਹੋ ਜਿਹਾ ਕੋਈ ਨਿਆਇਆਲਿਆ ਨਜ਼ਰ ਨਹੀਂ ਆਉਂਦਾ ਜਿੱਥੇ ਮੇਰਾ ਨਿਆਂ ਹੋ ਜਾਵੇ। ਮੇਰਾ ਕੋਈ ਇਨਸਾਫ ਹੋਰ ਕਰਨ ਵਾਲਾ ਦਿਸਦਾ ਨਹੀਂ। ਸਿੰਘ ਹੀ ਹਨ ਜਿਹੜੇ ਮੇਰੀ ਮਦਦ ਕਰ ਸਕਦੇ ਹਨ। ਦਰਬਾਰ ਅੱਗੇ ਸੁੱਟੀ ਪੱਗ ਉਤਾਰ। ਉਸ ਬ੍ਰਾਹਮਣ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਹਮਣੇ ਸਿਰੋਂ ਪੱਗ ਲਾ ਕੇ ਸਿੰਘਾਂ ਦੇ ਚਰਨਾਂ 'ਚ ਧਰ ਦਿੱਤੀ। ਕਹਿਣ ਲੱਗਾ, ਹੁਣ ਇਹ ਪੱਗ ਤੁਸੀਂ ਮੇਰੇ ਸਿਰ ਤੇ ਬਣਾਣੀ ਹੈ, ਮੇਰੇ ਸਿਰੋਂ ਲੈ ਚੁੱਕੀ ਹੈ। ਹਾਂਜੀ, ਕਹੈ ਮਰੂ ਮੈਂ ਮਾਰ ਤਲਵਾਰ। ਕਹਿਣ ਲੱਗਾ, ਜੇ ਤੁਸੀਂ ਮੇਰੀ ਮਦਦ ਨਾ ਕੀਤੀ ਤਾਂ ਮੈਂ ਆਪਣੇ ਤਲਵਾਰ ਮਾਰ ਕੇ ਕਾਲਜਾ ਚੀਰ ਲਵਾਂਗਾ, ਮਰ ਜਾਵਾਂਗਾ ਤੁਹਾਡੇ ਬੂਹੇ ਤੇ। ਇੱਥੇ ਹੀ ਮੈਂ ਖਤਮ ਹੋ ਜਾਵਾਂਗਾ, ਪਰ ਮੈਂ ਇੱਥੋਂ ਜਾਵਾਂਗਾ ਨਹੀਂ, ਨਿਰਾਸ਼ ਹੋ ਕੇ ਨਹੀਂ ਮੁੜਾਂਗਾ। ਜਾਂ ਤਾਂ ਤੁਸੀਂ ਮੈਨੂੰ ਮਦਦ ਦਿਓਗੇ ਤੇ ਜਾਂ ਮੈਂ ਤੁਹਾਡੇ ਸਿਰ ਲੱਗ ਕੇ ਮਰਾਂਗਾ। ਦੋਹਰਾ ਹਰੀ ਸਿੰਘ ਤਿਸ ਕੋ ਕਹਿਓ, ਤੂੰ ਕੱਲ ਆਈ ਫੇਰ। ਬਾਬਾ ਹਰੀ ਸਿੰਘ ਜੀ ਭੰਗੀ ਬੜੇ ਸਿਆਣੇ, ਸਮਝਦਾਰ, ਸੂਰਬੀਰ ਯੋਧੇ ਖਾਲਸਾ ਪੰਥ ਵਿੱਚ ਮੰਨੇ ਗਏ ਹੈ। ਭੰਗੀਆਂ ਦੀ ਮਿਸਲ ਸਭ ਤੋਂ ਤਾਕਤਵਰ ਮਿਸਲ ਸੀ ਪਹਿਲਿਆਂ ਵਿੱਚ। ਬਾਅਦ ਵਿੱਚ ਸ਼ੁਕਰ ਚੱਕੀਏ ਤੇ ਹੋਰ ਮਿਸਲਾਂ ਤਾਕਤ ਵਿੱਚ ਆਈਆਂ। ਭੰਗੀ ਜਰਨੈਲ ਪੰਜਵੜ ਪਿੰਡ ਦਾ ਰਹਿਣ ਵਾਲਾ ਸੀ। ਹਰੀ ਸਿੰਘ ਪੰਥ ਖਾਲਸੇ 'ਚ ਬਹੁਤ ਸ਼੍ਰੋਮਣੀ ਯੋਧਾ ਹੋਇਆ। ਹਰੀ ਸਿੰਘ ਭੰਗੀ ਕਹਿਣ ਲੱਗਾ, ਕੱਲ ਨੂੰ ਆਵੀਂ ਤੂੰ। ਲੱਗੈ ਦੀਵਾਨ ਜਬ ਖਾਲਸਾ, ਪੜੀ ਰਹਿ ਰਾਸੈ ਕੇਰ। ਕੱਲ ਜਦੋਂ ਰਹਿ ਰਾਸ ਦਾ ਪਾਠ ਹੋਵੇਗਾ, ਖਾਲਸੇ ਦੀਵਾਨ ਸਜੇਗਾ, ਤੂੰ ਆ ਜਾਵੀਂ। ਤੇਰੀ ਗੱਲ ਕੱਲ ਨੂੰ ਹੀ ਸੁਣਾਂਗੇ। ਚਾਉ ਪਈ ਦਿਨ ਅਗਲੇ ਫਿਰ ਖਾਲਸੋ ਆਇਓ। ਅਗਲੇ ਦਿਨ ਖਾਲਸਾ ਇਕੱਠਾ ਹੋ ਗਿਆ ਸ੍ਰੀ ਅਕਾਲ ਤਖਤ ਸਾਹਿਬ ਤੇ। ਕਰ ਇਸ਼ਨਾਨ ਦਰਸ਼ਨ ਦਰਸਾਇਓ। ਸਰੋਵਰ ਦੇ ਇਸ਼ਨਾਨ ਕੀਤੇ, ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕੀਤੇ। ਟੇਕ ਮੱਥੋ ਸਿੰਘ ਬੈਠੋ ਆਣ। ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਣ ਤੋਂ ਬਾਅਦ ਸਿੰਘ ਸ੍ਰੀ ਅਕਾਲ ਤਖਤ ਸਾਹਿਬ ਤੇ ਆ ਕੇ ਬੈਠ ਜਾਂਦੇ ਸਨ। ਅੱਜ ਵੀ ਆ ਬੈਠੇ। ਸ਼ਬਦ ਚੌਂਕੀ ਸੁਣੀ ਲਾਏ ਦੀਵਾਨ। ਸ਼ਬਦ ਚੌਂਕੀ ਦਾ ਦੀਵਾਨ ਅਕਾਲ ਤਖਤ ਤੇ ਲੱਗਾ। ਰਾਗੀਆਂ ਨੇ ਸੋਦਰ ਦੀ ਚੌਂਕੀ ਲਾਈ ਤੇ ਰਹਿ ਰਾਸ ਦਾ ਪਾਠ ਰਹਿ ਰਾਸੀਏ ਸਿੰਘ ਨੇ ਕੀਤਾ। ਪੜ ਰਹਿ ਰਾਸ ਫਿਰ ਅਰਦਾਸਾ ਭਈ। ਰਹਿ ਰਾਸ ਦਾ ਪਾਠ ਹੋਣ ਤੋਂ ਬਾਅਦ ਅਰਦਾਸਾ ਹੋਇਆ। ਫਿਰ ਆਏ ਬਿਪ ਦੁਹਾਈ ਦਈ। ਉਹ ਬ੍ਰਾਹਮਣ ਖਾਲਸੇ ਦੇ ਦੀਵਾਨ 'ਚ ਬਹਿ ਕੇ ਸਾਰਾ ਪਾਠ ਸੁਣਦਾ ਰਿਹਾ। ਜਦੋਂ
ਅਰਦਾਸ ਤੋਂ ਬਾਅਦ ਸਮਾਪਤੀ ਹੋਈ ਤਾਂ ਉਹਨੇ ਆਪਣੀ ਪੁਕਾਰ ਫਿਰ ਕੀਤੀ ਤਖਤ ਸਾਹਿਬ ਤੇ। ਕਰੋ ਉਪਰਾਲਾ ਮੋਰਾ ਚੱਲ। ਖਾਲਸਾ ਜੀ ਮੇਰਾ ਕੋਈ ਹੀਲਾ ਕਰੋ, ਉਪਰਾਲਾ ਕਰੋ ਚੱਲ ਕੇ। ਮਾਰੋ ਕਸੂਰੈ ਬਣੈ ਸਭ ਗੱਲ। ਕਸੂਰ ਫਤਿਹ ਕਰ ਲਈਏ ਤਾਂ ਗੱਲ ਬਣੇਗੀ, ਨਹੀਂ ਤਾਂ ਮਰੂੰਗਾ ਮੈਂ ਸਿਰ ਚੜ ਥਾਰੇ। ਨਹੀਂ ਤਾਂ ਮੈਂ ਤੁਹਾਡੇ ਸਿਰ ਮਰ ਜਾਵਾਂਗਾ ਲੱਗ ਕੇ, ਭਾਵ ਮੈਂ ਆਪਣੇ ਗਲ ਸ਼ਸਤਰ ਮਾਰ ਲਵਾਂਗਾ, ਤੁਹਾਡੇ ਬੂਹੇ ਤੇ ਮਰ ਜਾਵਾਂਗਾ ਜੇ ਤੁਸੀਂ ਮੇਰੀ ਮਦਦ ਨਾ ਕੀਤੀ। ਹੋਵਗ ਤੁਮ ਕੋ ਅਪਜਸ ਸਾਰੇ। ਤੁਹਾਡਾ ਬੜਾ ਅਪਜਸ ਹੋਵੇਗਾ, ਲੋਕ ਕਹਿਣਗੇ ਸਿੰਘਾਂ ਦੇ ਬੂਹੇ ਤੇ ਬ੍ਰਾਹਮਣ ਨੇ ਆਤਮ ਹੱਤਿਆ ਕਰ ਲਈ, ਸਿੰਘ ਉਹਦੀ ਮਦਦ ਨਹੀਂ ਕਰ ਸਕੇ। ਹਰੀ ਸਿੰਘ ਸਭ ਖਾਲਸੋ ਪੁੱਛਾ। ਬਾਬਾ ਹਰੀ ਸਿੰਘ ਜੀ ਬੜੇ ਸਿਆਣੇ ਸਨ, ਉਹਨਾਂ ਨੇ ਬਾਕੀ ਸਰਦਾਰਾਂ ਨੂੰ, ਸਿੰਘਾਂ ਜਰਨੈਲਾਂ ਨੂੰ ਪੁੱਛਿਆ। ਦਿਓ ਜਵਾਬ ਜੋ ਤੁਮ ਲੱਗਾ ਹੱਛਾ। ਖਾਲਸਾ ਜੀ ਤੁਸੀਂ ਦੱਸੋ ਹੁਣ ਜਵਾਬ ਦਿਓ, ਤੁਹਾਨੂੰ ਕੀ ਠੀਕ ਲੱਗਦਾ ਹੈ, ਕਿੱਦਾਂ ਕਰੀਏ। ਸਰਬੱਤ ਖਾਲਸਾ ਐਸ ਵਖਾਨਾ। ਸਾਰੇ ਖਾਲਸੇ ਨੇ ਬਾਬਾ ਹਰੀ ਸਿੰਘ ਜੀ ਦੀ ਗੱਲ ਸੁਣ ਕੇ ਆਖਿਆ, ਤੋ ਸਭਹਿਨ ਮਹਿ ਆਹੇ ਸਿਆਣਾ। ਬਾਬਾ ਹਰੀ ਸਿੰਘ ਜੀ ਤੁਸੀਂ ਸਾਰਿਆਂ ਤੋਂ ਸਿਆਣੇ ਹੋ, ਜਰਨੈਲ ਹੋ, ਪੰਥ ਦੇ ਵੱਡੀਆਂ ਵੱਡੀਆਂ ਜੰਗਾਂ ਵਿੱਚ ਤੁਸੀਂ ਰਹੇ ਹੋ, ਤੁਹਾਨੂੰ ਸਾਰੇ ਤਜਰਬੇ ਹਨ ਲੜਾਈਆਂ ਦੇ। ਆਪਣਾ ਉਨਕਾ ਲੱਖ ਲਿਹੁ ਤਾਨ। ਤੁਸੀਂ ਇਹ ਤਾਂ ਦੇਖੋ ਵੀ ਆਪਣਾ ਤੇ ਉਹਨਾਂ ਦਾ ਜੋੜ ਮੇਲ ਬਣਦਾ ਕਿ ਨਹੀਂ ਪਠਾਣਾ ਦਾ, ਆਪਣੀ ਤਾਕਤ ਉਹਨਾਂ ਦੇ ਬਰਾਬਰ ਹੈ, ਇਹ ਦੇਖ ਲਓ ਪਹਿਲਾਂ। ਤਬ ਫਿਰ ਬਿਪਨੇ ਕਹੀ ਵਖਾਨ। ਇਹ ਸੁਣ ਕੇ ਉਹ ਪੰਡਿਤ ਬੋਲਿਆ, ਕੋਲ ਖੜਾ ਸੁਣੀ ਜਾਂਦਾ ਸੀ ਸਿੰਘਾਂ ਦੇ ਮਤੇ, ਉਹ ਕਹਿਣ ਲੱਗਾ, ਦੋਹਰਾ ਤੋ ਫਿਰ ਪ੍ਰਾਤੈ ਹਰੀ ਸਿੰਘ ਸਦ ਪੁੱਛੇ ਸਿਆਣੈ ਲੋਏ। ਕਹਿਣ ਲੱਗੇ ਬਈ ਖਾਲਸਾ ਜੀ ਤੁਸੀਂ ਸਾਰੇ ਸਿਆਣਿਆਂ ਨੂੰ ਪੁੱਛ ਲਓ, ਜਿਹੜੇ ਕਸੂਰ ਦੇ ਭੇਤੀ ਹਨ ਉਸ ਇਲਾਕੇ ਦੇ, ਉਹਨਾਂ ਨੂੰ ਪੁੱਛੋ। ਹਮਰੈ ਉਨਕੈ ਜੋਰ ਕਹੋ ਕਹੋ ਪਰਤ ਲੋ ਜੋਏ। ਬਾਬਾ ਹਰੀ ਸਿੰਘ ਜੀ ਨੇ ਉਹਨਾਂ ਸਿਆਣੇ ਬੰਦਿਆਂ ਨੂੰ ਪੁੱਛਿਆ ਵੀ ਦੱਸੋ ਭਾਈ ਕਸੂਰ ਦੇ ਇਲਾਕੇ 'ਚ ਸਾਡਾ ਜ਼ੋਰ ਪੈ ਜਾਏਗਾ ਕਿ ਨਹੀਂ ਪਏਗਾ। ਚਾਉ ਪਈ ਤਬ ਸਿਆਣਨ ਨੇ ਕਰਿਓ ਉਚਾਰ। ਜਿਹੜੇ ਸਮਝਦਾਰ ਜੰਗ ਦੇ ਤਜਰਬੇ ਵਾਲੇ ਲੋਕ ਸਨ, ਜਿਹੜੇ ਇਹੋ ਜਿਹੀਆਂ ਲੜਾਈਆਂ ਪੜਾਈਆਂ ਵੇਖ ਚੁੱਕੇ ਸਨ, ਉਹਨਾਂ ਨੇ ਸਲਾਹ ਦਿੱਤੀ, ਕਹਿਣ ਲੱਗੇ, ਓਏ ਆਟਾ ਹਮ ਲੂਣ ਵਿਚਾਰ। ਕਿ ਜਥੇਦਾਰ ਜੀ ਮੁਕਾਬਲਾ ਤਾਂ ਨਹੀਂ ਹੋ ਸਕਦਾ ਬਰਾਬਰ ਦਾ, ਕਿਉਂ ਕਸੂਰ ਦੇ ਪਠਾਨ ਆਟੇ ਦੀ ਤਰ੍ਹਾਂ ਤੇ ਆਪਾਂ ਉਹਨਾਂ ਦੇ ਸਾਹਮਣੇ ਲੂਣ ਦੀ ਤਰ੍ਹਾਂ ਆ, ਮੁੱਠੀ ਭਰ ਆਪਾਂ ਪਠਾਨਾਂ ਨੂੰ ਨਹੀਂ ਜਿੱਤ ਸਕਾਂਗੇ, ਕਿਉਂਕਿ ਪਠਾਨਾਂ ਦੀ ਬਹੁਤ ਜ਼ਿਆਦਾ ਤਾਦਾਦ ਹੈ ਤੇ ਤਾਕਤ ਵੀ ਬੜੀ ਹੈ। ਤੁਮ ਪੈ ਕੁਲ ਸਿੰਘ 5000। ਸਾਰੇ ਸਰਦਾਰ ਕਹਿਣ ਲੱਗੇ, ਕਹਿੰਦੇ ਤੇਰੇ ਕੋਲ ਹਰੀ ਸਿੰਘ 5000 ਸਿੰਘ ਹਨ, ਭੰਗੀਆਂ ਦੀ ਮਿਸਲ ਇਸ ਵੇਲੇ 5000 ਦੀ ਭਰਤੀ ਹੈ। ਔਰ ਗਇਓ ਹੈ ਨਿਜ ਘਰ ਬਾਰ। ਬਾਕੀ ਤੇਰੀ ਫੌਜ ਦੇ ਸਿੰਘ ਪਿੰਡਾਂ ਨੂੰ ਘਰਾਂ ਨੂੰ ਗਏ ਹੋਏ ਨੇ, ਹਾਜ਼ਰ ਨਹੀਂ, ਛੁੱਟੀਆਂ ਲੈ ਕੇ ਵਿਸਾਖੀ ਤੋਂ ਬਾਅਦ ਘਰਾਂ ਦੇ ਜੀਆਂ ਨੂੰ ਮਿਲਣ ਗਏ ਹਨ। ਔਰ ਮਿਸਲ ਜੋ ਹੈ ਇਹਾਂ 4। ਜਿਹੜੀਆਂ ਦੂਜੀਆਂ 4 ਮਿਸਲਾਂ ਕਨਈਆਂ, ਨਕਈਆਂ, ਰਾਮਗੜੀਆਂ ਤੇ ਸ਼ੁਕਰ ਚੱਕੀਆਂ ਦੀਆਂ ਹਨ, ਨਹੀਂ ਸਭਨ ਸੰਗ 8000। ਉਹਨਾਂ 4 ਮਿਸਲਾਂ ਦੀ ਗਿਣਤੀ 8000 ਤੋਂ ਵੀ ਘੱਟ ਹੈ। 4 ਮਿਸਲਾਂ ਪਾ ਕੇ ਵੀ 8000 ਪੂਰਾ ਨਹੀਂ ਹੋਣਾ ਸਿੰਘ। 5000 13 ਤੇ 8000 ਦੂਜਾ ਪਾ ਕੇ ਕੁੱਲ 13000 ਜਾਂ 12000 ਸਿੰਘ ਬਣਦਾ ਹੈ। 12-13 ਸਿੰਘ ਜੇ ਆਪਾਂ ਲੈ ਕੇ ਜਾਵਾਂਗੇ, ਕਸੂਰ ਸਾਥੋਂ ਫਤਿਹ ਨਹੀਂ ਹੋਣਾ। ਕਸੂਰ ਮਾਹੇ ਤੁਰਕਲ 12 ਲੱਖ। ਉੱਥੇ ਕਸੂਰ ਦੀ ਜਿਹੜੀ ਤੁਰਕਾਂ ਦੀ ਫੌਜ ਦਾ ਸਾਨੂੰ ਪੂਰਾ ਪਤਾ ਹੈ, ਜਾਂ ਪਿੰਡਾਂ ਵਿੱਚ ਉਹਨਾਂ ਦੀ ਗਿਣਤੀ ਹੈ ਪਠਾਣਾਂ ਦੀ 12 ਲੱਖ ਹੈ। 12 ਲੱਖ ਪਠਾਣਾਂ ਦੇ ਨਾਲ 10-12 ਹਜ਼ਾਰ ਸਿੰਘ ਪੂਰੇ ਨਹੀਂ ਪੈ ਸਕਦੇ। ਗੜੀ 12 ਵਸ ਹੈ ਵੱਖ ਵੱਖ। ਉੱਥੇ 12 ਗੜੀਆਂ ਹਨ, 12 ਕਿਲੇ ਹਨ ਸ਼ਹਿਰ ਦੇ ਵਿੱਚ ਵੱਖਰੇ ਵੱਖਰੇ, ਜਿਨ੍ਹਾਂ ਵਿੱਚ ਬੜੇ ਬੜੇ ਨਾਮੀ ਜਰਨੈਲ ਪਠਾਨ ਆਕੀ ਹੋ ਕੇ ਰਹਿੰਦੇ ਹਨ। ਕੋਟ ਖਾਈ ਤਿੰਨ ਖੂਬ ਬਣਾਈ। ਉਹਨਾਂ ਨੇ ਕਿਲਾ ਬਹੁਤ ਵੱਡਾ ਬਣਾਇਆ ਹੋਇਆ ਹੈ, ਦੀਵਾਰ ਬੜੀ ਤਗੜੀ ਹੈ, ਤੇ ਉਹਦੇ ਆਲੇ ਦੁਆਲੇ ਖਾਈ ਜਿਹੜੀ ਪੁੱਟੀ ਹੋਈ ਹੈ ਕਸੂਰ ਸ਼ਹਿਰ ਦੇ, ਉਹ ਬਹੁਤ ਡੂੰਘੀ ਹੈ, ਉਹਨੂੰ ਪੱਟ ਕੇ ਅੰਦਰ ਵੜਨਾ ਬਹੁਤ ਮੁਸ਼ਕਲ ਹੈ। ਤੋਪ ਜੰਬੂਰਨ ਪਾਂਤ ਚੜਾਈ। ਉੱਤੇ ਤੋਪਾਂ ਤੇ ਵੱਡੇ ਵੱਡੇ ਜੰਬੂਰੇ ਤੇ ਰਹਿਕਲੇ ਉਹਨਾਂ ਨੇ ਫਿੱਟ ਕੀਤੇ ਹੋਏ ਨੇ।
ਔਰ ਕੋਈ ਵੀ ਡਰਦਾ ਮਾਰਾ ਕਸੂਰ ਵੱਲ ਮੂੰਹ ਨਹੀਂ ਕਰਦਾ। ਓਏ ਪਤ ਸ਼ਾਹੋ ਆਕੀ ਰਹੈ। ਕਸੂਰ ਦੇ ਪਠਾਨ ਬਾਦਸ਼ਾਹ ਤੋਂ ਆਕੀ ਰਹਿੰਦੇ ਹਨ। ਉਹ ਬਾਦਸ਼ਾਹ ਦੇ ਨਾਲ ਹਰ ਵੇਲੇ ਉਹ ਘੂਰ ਕੇ ਹੀ ਗੱਲ ਕਰਦੇ ਹਨ। ਉਹ ਤਾਂ ਦਿੱਲੀ ਦੇ ਬਾਦਸ਼ਾਹ ਨੂੰ ਕੁਝ ਨਹੀਂ ਮੰਨਦੇ। ਉਹ ਤਾਂ ਦਿੱਲੀ ਦੇ ਬਾਦਸ਼ਾਹ ਨੂੰ ਟੈਕਸ ਨਹੀਂ ਤਾਰਦੇ ਕਈ ਸਾਲ ਦਾ, ਤੇ ਬਾਦਸ਼ਾਹ ਫੌਜਾਂ ਭੇਜਦਾ ਤਾਂ ਸੁਲ੍ਹਾ ਸਫਾਈ ਕਰ ਲੈਂਦੇ, ਫਿਰ ਟਾਲਾ ਕਰ ਜਾਂਦੇ। ਫੌਜ ਉਹਨਾਂ ਕੋਲ ਬੜੀ ਹੈ। ਹਾਂਜੀ, ਕਰੋੜਪਤੀ ਵਜ਼ੀਰ ਦੋਏ ਅਹੈ। 2 ਵਜ਼ੀਰ ਕਰੋੜਪਤੀ ਉੱਥੇ ਰਹਿੰਦੇ ਹਨ, ਜਿਨ੍ਹਾਂ ਦੇ ਕੋਲ ਕਈ ਕਰੋੜਾਂ ਰੁਪਈਆ ਹੈ। 2 ਵਜ਼ੀਰ ਇਹੋ ਜਿਹੇ ਹਨ ਉੱਥੇ। ਨੱਠ ਲਾਹੌਰ ਵਹਿ ਊਹਾਂ ਵੜੀ। ਲਾਹੌਰ ਦੇ 2 ਵਜ਼ੀਰ ਨੇ ਜਿਹੜੇ ਲਾਹੌਰ ਤੋਂ ਨੱਠ ਕੇ ਕਸੂਰ ਗਏ ਹੋਏ ਨੇ, ਤੇ ਕਸੂਰ ਦੇ ਵਿੱਚ ਆਪਣਾ ਕਾਰੋਬਾਰ ਚਲਾ ਰਹੇ ਨੇ, ਤੇ ਅਰਬਾਂ ਖਰਬਾਂ ਰੁਪਈਆ ਕਸੂਰ ਦੇ ਵਿੱਚ ਜਮ੍ਹਾਂ ਪਿਆ ਹੈ। ਆਏ ਮਰਹਟੇ ਤਉ ਰਹੀ ਤਕੜੀ। ਉਹ ਮਰਹਟਿਆਂ ਨਾਲ ਵੀ ਕਸੂਰ ਵਾਲੇ ਲੜੇ ਹਨ। ਮਰਹਟਿਆਂ ਨੂੰ ਵੀ ਕਸੂਰ ਵਾਲਿਆਂ ਨੇ ਢਾਹ ਨਹੀਂ ਦਿੱਤੀ। ਮਰਹਟੇ ਲਾਹੌਰ ਤੱਕ ਆ ਗਏ, ਕਬਜ਼ਾ ਕਰ ਲਿਆ ਸਾਰੇ ਪੰਜਾਬ ਤੇ, ਪਰ ਕਸੂਰ ਤੇ ਨਹੀਂ ਕਰ ਸਕੇ। ਮਰਹਟਿਆਂ ਦਾ ਕਸੂਰ ਤੇ ਜ਼ੋਰ ਨਹੀਂ ਪਿਆ। ਕਸੂਰ ਵਾਲੇ ਬੜੇ ਆਕੜ ਖਾਨ ਪਠਾਨ ਹਨ। ਅਹਿਮਦ ਸ਼ਾਹੇ ਇਨ ਕੀਓ ਖੁਆਰ। ਅਹਿਮਦ ਸ਼ਾਹ ਅਬਦਾਲੀ ਆਇਆ ਸੀ ਲੁੱਟਣ ਲਈ ਲਾਹੌਰ। ਉਹਨੇ ਲੁੱਟਿਆ ਕਈ ਵਾਰੀ, ਪਰ ਕਸੂਰ ਨੂੰ ਨਹੀਂ ਉਹ ਝਾਕ ਸਕਿਆ। ਕਸੂਰ ਵੱਲ ਜਦੋਂ ਝਾਕਦਾ ਸੀ ਅਬਦਾਲੀ, ਤਾਂ ਉਹ ਪਠਾਨ ਕਹਿੰਦੇ ਤੂੰ ਵੀ ਪਠਾਨ ਹੈ, ਅਸੀਂ ਵੀ ਪਠਾਨ, ਤੂੰ ਸਾਡੇ ਵੱਲ ਕਿਵੇਂ ਆਏਗਾ, ਤਗੜਾ ਹੋ ਕੇ ਆਵੇਂ। ਇਸ ਕਰਕੇ ਅਬਦਾਲੀ ਟਾਲਾ ਕਰ ਜਾਂਦਾ ਸੀ, ਕਸੂਰ ਵੱਲ ਮੂੰਹ ਨਹੀਂ ਸੀ ਕਰਦਾ। ਹਮ ਤੇ ਕਬ ਹੋਏ ਹੈ ਸੋ ਮਾਰ। ਸਿਆਣੇ ਸਿੰਘ ਕਹਿੰਦੇ ਹਰੀ ਸਿੰਘ ਜੀ, ਐਡਾ ਵੱਡਾ ਕਸੂਰ ਦਾ ਕਿਲ੍ਹਾ ਜਿਹਦੇ ਤੋਂ ਅਬਦਾਲੀ ਵੀ ਡਰਦਾ ਸੀ, ਜਿਹਦੇ ਤੋਂ ਮਰਹੱਟੇ ਵੀ ਡਰਦੇ ਸਨ, ਜਿਹੜੇ ਬਾਦਸ਼ਾਹ ਦਿੱਲੀ ਮੁਗਲ ਬਾਦਸ਼ਾਹ ਤੋਂ ਵੀ ਆਕੀ ਰਹਿੰਦੇ ਸਨ, ਉਹਨਾਂ ਪਠਾਣਾਂ ਨੂੰ ਅਸੀਂ ਭਲਾ ਕਸੂਰ ਸ਼ਹਿਰ ਦੇ ਵਿੱਚ ਕਿਵੇਂ ਫਤਿਹ ਕਰਾਂਗੇ, ਸਾਥੋਂ ਕਿਵੇਂ ਮਾਰਿਆ ਜਾਏਗਾ ਕਸੂਰ ਦਾ ਕਿਲ੍ਹਾ। ਦੋਹਰਾ ਹਰੀ ਸਿੰਘ ਉੱਚੇ ਕਹੀ ਯਹ ਅਬ ਹੋਗ ਜਰੂਰ। ਹਰੀ ਸਿੰਘ ਸਿੰਘਾਂ ਦੀ ਗੱਲ ਸੁਣ ਕੇ ਗੱਜਿਆ, ਕਹਿਣ ਲੱਗਾ ਹੁਣ ਤਾਂ ਜ਼ਰੂਰ ਹੋਵੇਗਾ ਇਹ ਕੰਮ। ਇਹ ਕੰਮ ਤਾਂ ਆਪਾਂ ਕਰਨਾ ਹੀ ਕਰਨਾ, ਭਾਵੇਂ ਕੁਛ ਹੋ ਜਾਵੇ, ਸਾਰੇ ਹੀ ਮਾਰੇ ਜਾਈਏ ਤਾਂ ਵੀ ਆਪਾਂ ਪਿੱਛੇ ਨਹੀਂ ਹਟ ਸਕਦੇ। ਹਰੀ ਸਿੰਘ ਤਉ ਮਰ ਰਹੂਗ ਜੋ ਨਹਿ ਮਰੋਗ ਕਸੂਰ। ਅੱਬਲ ਤਾਂ ਕਸੂਰ ਮਾਰਾਂਗੇ, ਜੇ ਕਸੂਰ ਫਤਿਹ ਨਾ ਵੀ ਹੋਇਆ ਤਾਂ ਹਰੀ ਸਿੰਘ ਤਾਂ ਸ਼ਹੀਦ ਹੋਵੇਗਾ। ਹਰੀ ਸਿੰਘ ਨੇ ਸਾਥੀਆਂ ਨੂੰ ਕਹਿ ਦਿੱਤਾ ਵੀ ਸਿੰਘੋ ਮੈਂ ਤਾਂ ਜਾਵਾਂਗਾ, ਭਾਵੇਂ ਮੇਰਾ ਨੁਕਸਾਨ ਹੋਵੇ ਭਾਵੇਂ ਨਫਾ ਹੋਵੇ, ਮੈਂ ਜਾ ਕੇ ਕਸੂਰ 'ਚ ਸ਼ਹੀਦ ਹੋ ਜਾਵਾਂਗਾ, ਪਰ ਕਸੂਰ ਤੇ ਹੱਲਾ ਕਰਨ ਤੋਂ ਮੈਂ ਬਾਜ ਨਹੀਂ ਆਵਾਂਗਾ। ਚਾਉ ਪਈ ਤਬ ਸਭ ਖਾਲਸਾ ਯੋ ਕਹਿ ਦੀਆ। ਹਰੀ ਸਿੰਘ ਜਥੇਦਾਰ ਭੰਗੀ ਦੀ ਗੱਲ ਸੁਣ ਕੇ ਸਾਰੇ ਸਰਦਾਰ ਇਉਂ ਬੋਲੇ, ਤੁਮਰੈ ਸੰਗ ਕਰੈ ਹਮ ਜੀਆ। ਉਹ ਕਹਿੰਦੇ ਜਥੇਦਾਰ ਹਰੀ ਸਿੰਘ ਜੀ, ਤੇਰੇ ਨਾਲ ਹੀ ਅਸੀਂ ਜੀਣਾ, ਤੇਰੇ ਨਾਲ ਹੀ ਅਸੀਂ ਮਰਨਾ। ਭਰਾ ਭਰਾਵਾਂ ਦੇ ਹੁੰਦੇ ਆ, ਤੇ ਹੁਣ ਸਮਾਂ ਜੇ ਤੂੰ ਉਧਰ ਹਮਲਾ ਕਰੇਗਾ ਤੇ ਅਸੀਂ ਪਿੱਛੇ ਥੋੜਾ ਹਟਾਂਗੇ, ਨਾਲ ਹੀ ਚੱਲਾਂਗੇ। ਇੱਕ ਮੰਨ ਲੈ ਤੂੰ ਹਮਰੀ ਬਾਤ। ਪਰ ਇੱਕ ਗੱਲ ਤੂੰ ਸਾਡੀ ਮੰਨ ਲੈ, ਤੂੰ ਸਿਆਣਾ ਹੈ, ਅਸੀਂ ਤੇਰੇ ਨਾਲ ਚੱਲਣ ਨੂੰ ਤਿਆਰ ਹਾਂ, ਪਰ ਤੂੰ ਸਾਡੀ ਇੰਨੀ ਗੱਲ ਤਾਂ ਮੰਨ ਲੈ। ਦਲ ਵੱਡੇ ਕੋ ਕਰ ਲਿਓ ਸਾਥ। ਬੁੱਢਾ ਦਲ ਗਿਆ ਹੋਇਆ ਹੈ ਦੁਆਬੇ ਜਾਂ ਮਾਲਵੇ ਵੱਲ, ਉਹਨਾਂ ਨੂੰ ਬੁਲਾ ਲੈ। ਜਦੋਂ ਬੁੱਢਾ ਦਲ ਦੀਆਂ 6 ਮਿਸਲਾਂ ਜਥੇਦਾਰ ਜੱਸਾ ਸਿੰਘ ਤੇ ਬਾਕੀ ਸਾਰੇ ਆ ਜਾਣਗੇ, ਸਾਰਾ ਖਾਲਸਾ ਇਕੱਠਾ ਹੋ ਕੇ ਹੱਲਾ ਬੋਲਾਂਗੇ, ਫਿਰ ਗੱਲ ਕੁਝ ਹੋਰ ਹੋਵੇਗੀ। ਤੇ ਜੇ ਆਪਾਂ ਹੱਲਾ ਬੋਲਿਆ ਤੇ ਉੱਥੇ ਫਿਰ ਖਾਲਸੇ ਦਾ ਜ਼ੋਰ ਨਾ ਪਿਆ, ਪਠਾਣਾ ਦਾ ਜ਼ੋਰ ਪੈ ਗਿਆ, ਫਿਰ ਸਾਡੀ ਬੇਇੱਜ਼ਤੀ ਹੋਵੇਗੀ। ਹਾਂਜੀ, ਹਰੀ ਸਿੰਘ ਨੇ ਯੋ ਫਿਰ ਕਹਿਓ। ਸਾਥੀਆਂ ਦੀ ਗੱਲ ਸੁਣ ਕੇ ਹਰੀ ਸਿੰਘ ਭੰਗੀ ਬੋਲਿਆ, ਕਬ ਦਲ ਆਇਓ ਵੱਡ ਕਬ ਯੋ ਭਇਓ। ਉਹ ਕਹਿਣ ਲੱਗੇ ਕਦੋਂ ਬੁੱਢਾ ਦਲ ਆਵੇਗਾ ਤੇ ਕਦੋਂ ਜੰਗ ਕਰਾਂਗੇ, ਪਹਿਲਾਂ ਖਬਰ ਭੇਜਾਂਗੇ, ਫਿਰ ਉਹ ਤੁਰਨਗੇ, 2-4 ਦਿਨ ਜਾਂਦਿਆਂ 2-4 ਦਿਨ ਆਉਂਦਿਆਂ ਲੱਗ ਜਾਣਗੇ। ਐਨੇ ਨੂੰ ਦੁਸ਼ਮਣ ਸੁਚੇਤ ਹੋ ਜਾਏਗਾ ਤੇ ਫਿਰ ਇਹ ਕੰਮ ਲਟਕ ਜਾਏਗਾ। ਫਿਰ ਨਹੀਂ, ਜਿਹੜਾ ਕੰਮ ਤੁਰਤ ਹੋ ਜਾਵੇ ਉਹ ਠੀਕ ਹੁੰਦਾ ਹੈ, ਤੇ ਜਿਹੜਾ ਸਲਾਮਾਂ 'ਚ ਪੈ ਜਾਵੇ ਉਹ ਕੰਮ ਕਈ ਵਾਰੀ ਰਹਿ ਜਾਂਦਾ ਹੈ। ਬੋਲਿਓ ਚੜ ਸਿੰਘ ਹੱਥ ਰੱਖ ਸ਼ਮਸ਼ੇਰ। ਇਹ ਹਰੀ ਸਿੰਘ ਭੰਗੀ ਦੀ ਗੱਲ ਸੁਣ ਕੇ ਚੜ੍ਹਤ ਸਿੰਘ ਸੂਕਰ ਚੱਕੀਆ, ਜੋ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਦਾਦਾ ਸੀ, ਤਲਵਾਰ ਤੇ ਮੁੱਠੇ ਤੇ ਹੱਥ ਧਰ ਕੇ ਬੋਲਿਆ, ਮਾਰੋ ਕਸੂਰ ਨਾ ਲਾਵੋ ਡੇਰ। ਕਹਿਣ ਲੱਗਾ ਖਾਲਸਾ ਜੀ ਹੱਲਾ ਕਰੋ,
ਸੋਚਾਂ 'ਚ ਨਾ ਪਾਓ, ਕਸੂਰ ਪਰੋ ਪਰੀ ਮਾਰ ਲੈਣਾ। ਸਾਨੂੰ ਮਹਾਰਾਜ ਸੱਚੇ ਪਾਤਸ਼ਾਹ ਵੱਲੋਂ ਸਹਾਇਤਾ ਮਿਲਣੀ ਹੈ। ਸਤਿਗੁਰ ਬਹਾਨਾ ਜੇ ਹੋਗ ਬਣਾਇਆ, ਜੇ ਗੁਰੂ ਸਾਹਿਬ ਨੇ ਕਸੂਰ ਨੂੰ ਫਤਿਹ ਕਰਨ ਦਾ ਬਹਾਨਾ ਬਣਾਇਆ ਤਾਂ ਫਿਰ ਇਹ ਗੁਰੂ ਸਾਹਿਬ ਵੱਲੋਂ ਹੀ ਕਾਮਯਾਬੀ ਬਣਨੀ ਹੈ। ਹਮ ਪੈ ਬ੍ਰਾਹਮਣ ਜੇ ਹੋਗ ਪਹੁੰਚਾਇਆ, ਇਹ ਜਿਹੜਾ ਬ੍ਰਾਹਮਣ ਸਾਡੇ ਕੋਲ ਗੁਰੂ ਸਾਹਿਬ ਨੇ ਹੀ ਭੇਜਿਆ ਹੈ, ਇਹਨੇ ਸਾਡੀ ਜਿਹੜੀ ਆ ਕੇ ਤੇ ਸਾਡੇ ਕੋਲ ਪੁਕਾਰ ਕੀਤੀ ਹੈ, ਸਮਝੋ ਸਾਡਾ ਰਸਤਾ ਪੱਧਰਾ ਕਰ ਦਿੱਤਾ, ਰਾਹ ਬਣਾ ਦਿੱਤਾ, ਉਧਰ ਜਾਣ ਦਾ ਬਹਾਨਾ ਬਣ ਗਿਆ। ਲਿਹੋ ਦਰਬਾਰੇ ਗ੍ਰੰਥ ਆਵਾਜ਼, ਆਪਾਂ ਸਾਰੇ ਸ੍ਰੀ ਹਰਿਮੰਦਰ ਸਾਹਿਬ ਚੱਲੀਏ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਕੇ ਹੁਕਮਨਾਮਾ ਲਈਏ। ਦਿਓਗ ਬਚਨ ਹੋਣ ਕਾਜ ਆਕਾਜ, ਗੁਰੂ ਗ੍ਰੰਥ ਸਾਹਿਬ ਜੀ ਆਵਾਜ਼ ਦੇਣਗੇ, ਜੇ ਕੰਮ ਹੋਣਾ ਤਾਂ ਵੀ ਪਤਾ ਲੱਗ ਜਾਏਗਾ, ਜੇ ਕੰਮ ਨਹੀਂ ਹੋਣਾ ਤਾਂ ਵੀ ਮਹਾਰਾਜ ਨਾ ਕਰ ਦੇਣਗੇ। ਗੁਰਬਾਣੀ ਬੋਲ ਕੇ ਦੱਸਦੀ ਹੈ, ਜਿਹੜੇ ਗਿਆਨਵਾਨ ਸਿੰਘ ਨੂੰ ਪਤਾ ਲੱਗ ਜਾਂਦਾ। ਇਹ ਸਾਧ ਸੰਗਤ ਦੀ ਅਵਸਥਾ ਹੁੰਦੀ, ਸਾਰਿਆਂ ਦੀ ਤਾਂ ਨਹੀਂ ਹੁੰਦੀ। ਗੁਰਬਾਣੀ ਤੇ ਅਤੁੱਟ ਭਰੋਸਾ ਕਰਨ ਵਾਲਿਆਂ ਨੂੰ ਮਹਾਰਾਜ ਸਾਫ਼ ਰਸਤਾ ਦੱਸੀ ਜਾਂਦੇ ਹੈ। ਹਾਂਜੀ, ਸਰਬ ਕਨ੍ਹਈਨ ਕੈ ਦਿਲ ਆਈ, ਸਾਰੇ ਕਨ੍ਹਈਏ ਜਿੰਨੇ ਵੀ ਸਨ ਜੈ ਸਿੰਘ ਦੀ ਮਿਸਲ ਦੇ ਕਹਿਣ ਲੱਗੇ, ਰਾਮ ਗੜੀਅਨ ਕੈ ਭੀ ਮਨ ਭਾਈ। ਉਹ ਕਹਿੰਦੇ ਠੀਕ ਹੈ, ਹੁਕਮਨਾਮਾ ਲੈ ਲਓ ਮਹਾਰਾਜ ਦਾ। ਤੇ ਰਾਮਗੜੀਆ ਜੱਸਾ ਸਿੰਘ ਵੀ ਕਹਿਣ ਲੱਗਾ ਠੀਕ ਹੈ, ਗੁਰੂ ਗ੍ਰੰਥ ਸਾਹਿਬ ਨੂੰ ਪੁੱਛ ਲਓ। ਨਕਈਅਨ ਨੈ ਭੀ ਆਛੀ ਮਾਨੀ, ਨਕਈ ਕਰਮ ਸਿੰਘ ਨੱਕੇ ਦੇਸ਼ ਵਾਲਿਆਂ ਨੇ, ਉਹਨਾਂ ਨੇ ਵੀ ਮੰਨ ਲਈ। ਕਰਨ ਹਾਰਿਓ ਕਰਨੀ ਠਾਨੀ, ਇਹ ਕਰਤੇ ਪੁਰਖ ਨੇ ਜੋ ਵਿਧ ਬਣਾਣੀ ਸੀ ਉਹਦੀ ਸਾਰਿਆਂ ਨੇ ਹੀ ਹਾਮੀ ਭਰ ਦਿੱਤੀ। ਦੋਹਰਾ ਸਭੈ ਕਹੇ ਖਾਲਸੋ ਰਲ, ਤੁਰਿਓ ਲੈਣ ਗ੍ਰੰਥ ਆਵਾਜ਼। ਸਾਰੇ ਸਿੰਘ ਇਕੱਠੇ ਹੋ ਕੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਚੱਲ ਪਏ। ਸ੍ਰੀ ਹਰਿਮੰਦਰ ਸਾਹਿਬ ਜਾ ਕੇ ਗੁਰੂ ਗ੍ਰੰਥ ਸਾਹਿਬ ਦਾ ਹੁਕਮਨਾਮਾ ਲੈਣਾ ਹੈ। ਜੰਗ ਹੋਣੋ ਸੋ ਕਹੈ ਗੋ, ਫਤਿਹ ਅਫਤਿਹ ਜੋ ਕਾਜ। ਗੁਰੂ ਗ੍ਰੰਥ ਸਾਹਿਬ ਕਹਿ ਦੇਣਗੇ ਵੀ ਤੁਹਾਡੀ ਫਤਿਹ ਹੋਣੀ ਹੈ ਜਾਂ ਹਾਰ ਹੋਣੀ ਹੈ। ਗੁਰਬਾਣੀ ਦੱਸੇਗੀ। ਗੁਰੂ ਗ੍ਰੰਥ ਸਾਹਿਬ ਜਾਗਦੀ ਜੋਤ ਹੈ ਔਰ ਇਹ ਸਵਾਲਾਂ ਦਾ ਜਵਾਬ ਦਿੰਦੇ ਹਨ। ਆਪਾਂ ਅਰਦਾਸ ਕਰਕੇ ਗੁਰੂ ਗ੍ਰੰਥ ਸਾਹਿਬ ਨੂੰ ਪੁੱਛਾਂਗੇ। ਜੇ ਗੁਰੂ ਸਾਹਿਬ ਨੇ ਕਹਿ ਦਿੱਤਾ ਬਈ ਜੰਗ ਜਿੱਤੋਗੇ ਤੇ ਫਿਰ ਆਪਾਂ ਹੱਲਾ ਕਰ ਦਿਆਂਗੇ। ਚਾਉ ਪਈ ਤਬ ਸਭ ਖਾਲਸੋ ਗਇਓ ਦਰਬਾਰ, ਸਾਰਾ ਖਾਲਸਾ ਸਾਰੇ ਸਿੰਘ ਸ੍ਰੀ ਹਰਿਮੰਦਰ ਸਾਹਿਬ ਚਲੇ ਗਏ। ਹਾਥ ਜੋੜ ਸਭ ਇੱਕ ਮਨ ਧਾਰ, ਸਾਰਿਆਂ ਨੇ ਹੱਥ ਜੋੜ ਕੇ ਇੱਕ ਮਨ ਇੱਕ ਚਿੱਤ ਹੋ ਕੇ ਦੀਜੈ ਵਾਕ ਜੋ ਕਰਨੋ ਹੋਈ। ਇਹ ਬੇਨਤੀ ਕੀਤੀ, ਗੁਰੂ ਜੀ ਕਿਰਪਾ ਕਰੋ, ਐਸਾ ਹੁਕਮਨਾਮਾ ਬਖਸ਼ੋ ਜਿਹਦੇ ਨਾਲ ਸਾਡਾ ਮਾਰਗਦਰਸ਼ਨ ਹੋਵੇ, ਪਤਾ ਲੱਗ ਜਾਵੇ ਵੀ ਹੱਲਾ ਕਰੀਏ ਜਾਂ ਨਾ ਕਰੀਏ। ਤੂੰ ਸਤਿਗੁਰ ਹਮ ਹੈ ਸਿੱਖ ਤੋਈ, ਤੁਸੀਂ ਸਾਡੇ ਗੁਰੂ ਹੋ ਮਹਾਰਾਜ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਅਸੀਂ ਤੁਹਾਡੇ ਨਿਮਾਣੇ ਸਿੱਖ ਹਾਂ। ਕਸੂਰ ਮਾਰਨ ਕੀ ਦੀਜੈ ਆਵਾਜ਼, ਸਾਨੂੰ ਕਸੂਰ ਫਤਿਹ ਕਰਨ ਦਾ ਹੁਕਮਨਾਮਾ ਦਿਓ। ਹੈ ਜੋ ਕਰਨੋ ਸਿੱਖਣ ਕਾਜ। ਇਹ ਖਾਲਸੇ ਦਾ ਕਾਰਜ ਹੈ, ਬੜਾ ਵੱਡਾ ਹੈ। ਆਪ ਕਿਰਪਾ ਕਰਕੇ ਸਹਾਈ ਹੋਵੋ ਤੇ ਆਗਿਆ ਬਖਸ਼ੋ। ਹਾਥ ਜੋੜ ਸਭ ਸੰਗਤ ਖੜੀ, ਸਭ ਸੰਗਤ ਸਭ ਖਾਲਸਾ ਪੰਥ ਜਥੇਦਾਰ ਹਰੀ ਸਿੰਘ ਭੰਗੀ, ਜੱਸਾ ਸਿੰਘ ਰਾਮਗੜੀਆ, ਚੜ੍ਹਤ ਸਿੰਘ ਸ਼ੂਕਰ ਚੱਕੀਆ, ਕਰਮ ਸਿੰਘ ਨਕਈ ਤੇ ਜੈ ਸਿੰਘ ਕਨਈਆ, ਸਾਰੇ ਸਿੰਘ ਖਲੋ ਗਏ ਅਰਦਾਸਾ ਕਰਨ ਲਈ। ਟੇਕ ਮੱਥੋ ਕਿਛ ਭੋਏ ਪਰ ਪੜੀ, ਸਿੰਘਾਂ ਨੇ ਜ਼ਮੀਨ ਤੇ ਸਿਰ ਧਰ ਕੇ ਮੱਥਾ ਟੇਕਿਆ, ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਸਿਰ ਨਵਾਇਆ। ਤੂੰ ਗੁਰੂ ਗ੍ਰੰਥ ਸਹੀ ਹੈ ਦੇਹ, ਆਖਿਆ ਤੂੰ ਗੁਰੂ ਦੀ ਦੇਹ ਹੈ, ਤੂੰ ਗੁਰੂ ਗ੍ਰੰਥ ਸਾਹਿਬ ਗੁਰੂ ਦੀ ਦੇਹ ਹੈ, ਤੇਰੇ ਬਚਨ ਅਟਲ ਹੁੰਦੇ ਹਨ। ਇਹ ਮੇਰੇ ਸੱਚੇ ਪਾਤਸ਼ਾਹ ਕਿਰਪਾ ਕਰ। ਏਦਾਂ ਸੱਚੇ ਮਨ ਨਾਲ ਸਿੰਘਾਂ ਨੇ ਬੇਨਤੀ ਕੀਤੀ। ਸਿੱਖ ਸੰਗਤ ਕੋ ਸੱਚ ਵਾਕ ਦੇਹੋ, ਇਹ ਮਹਾਰਾਜ ਸਿੱਖ ਸੰਗਤਾਂ ਨੂੰ ਆਪਣੀ ਸੱਚੀ ਧੁਰ ਕੀ ਬਾਣੀ ਚੋਂ ਵਾਕ ਬਖਸ਼ੋ, ਹੁਕਮ ਦਿਓ। ਤੁਹਾਡੇ ਬਚਨ ਨਾਲ ਅਸੀਂ ਫੈਸਲਾ ਕਰਾਂਗੇ ਵੀ ਹਮਲਾ ਕਰਨਾ ਜਾਂ ਨਹੀਂ ਕਰਨਾ। ਚੱਕ ਪੱਤਰੋ ਤਬ ਗ੍ਰੰਥ ਜੀ ਦੇਖਾ, ਸੋ ਖਾਲਸਾ ਜੀ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਤੋਂ ਬਸਤਰ ਉਤਾਰ ਕੇ ਗ੍ਰੰਥੀ ਸਿੰਘ ਹੁਕਮਨਾਮਾ ਲੈਣ ਲੱਗੇ, ਉਹਨਾਂ ਨੇ ਚੁੱਭਾ ਮਾਰਿਆ, ਯਾਨੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੱਤਰੇ ਇਸ ਤਰ੍ਹਾਂ ਇਕੱਠੇ ਕਰਕੇ ਤੇ ਜਿੱਥੋਂ ਹੁਕਮਨਾਮਾ ਆਵੇਗਾ ਉਹ ਪੜਾਂਗੇ।
ਇਦਾਂ ਹੁਕਮਨਾਮਾ ਲਿਆ। ਬਸੰਤ ਵਾਰ ਕੋ ਆਇਓ ਲੇਖਾ। ਤਾਂ ਸਾਹਮਣੇ ਬਸੰਤ ਦੀ ਵਾਰ ਆ ਗਈ। ਬਸੰਤ ਦੀ ਵਾਰ ਜਿਹੜੀ ਬਸੰਤ ਰਾਗ ਵਿੱਚ ਗੁਰੂ ਜੀ ਨੇ ਉਚਾਰੀ ਹੈ, ਉਹਦੀ ਪੌੜੀ ਸਿੰਘਾਂ ਨੇ ਸਾਹਮਣੇ ਆ ਗਈ। ਪੌੜੀ ਪੰਜੇ ਬੱਧੇ ਮਹਾਬਲੀ ਕਰ ਸੱਚਾ ਢੋਆ। ਇਹ ਪੌੜੀ ਗੁਰੂ ਸਾਹਿਬ ਪੰਜਵੇਂ ਪਾਤਸ਼ਾਹ ਨੇ ਉਚਾਰਨ ਕੀਤੀ। ਇਹਦੇ ਵਿੱਚ ਮਹਾਰਾਜ ਜਿੱਤ ਦਾ ਸੰਕੇਤ ਦਿੰਦੇ ਹਨ ਕਿ ਪੰਜੇ ਮਹਾਬਲੀ ਜਿਹੜੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਹਨ, ਉਹ ਸੱਚੇ ਵਾਹਿਗੁਰੂ ਦੇ ਆਸਰੇ ਨਾਲ ਬੰਨ ਲਏ, ਕਾਬੂ ਕਰ ਲਏ ਹਨ। ਆਪਣੇ ਚਰਨ ਜਪਾਏ ਅਨ ਵਿੱਚ ਦਈਓ ਖੜੋਆ। ਉਹ ਪਰਮੇਸ਼ਰ ਅਕਾਲ ਪੁਰਖ ਜੀ ਨਿਰੰਕਾਰ ਜੀ ਆਪ ਵਿੱਚ ਆ ਕੇ ਵਰਤ ਗਏ ਹਨ। ਉਹਨਾਂ ਨੇ ਆਪਣੇ ਚਰਨਾਂ ਦਾ ਜਾਪ ਨਾਮ ਦਾ ਸਿਮਰਨ ਦੇ ਕੇ ਸੇਵਕਾਂ ਦੇ ਕਾਰਜ ਰਾਸ ਕਰ ਦਿੱਤੇ ਹਨ। ਰੋਗ ਸੋਗ ਸਭ ਮਿਟ ਗਏ ਨਿਤ ਨਵਾਂ ਨਿਰੋਆ। ਸਰੀਰਕ ਰੋਗ ਵੀ ਮਿਟ ਗਏ ਹਨ ਤੇ ਮਨ ਦੇ ਸੋਗ ਵੀ ਮਿਟ ਗਏ ਹਨ ਤੇ ਹੁਣ ਜੀਵ ਆਤਮਾ ਨਵਾਂ ਨਿਰੋਆ ਹੋ ਗਿਆ, ਸ਼ੁੱਧ ਹੋ ਗਿਆ ਹੈ। ਦਿਨ ਰੈਨ ਨਾਮ ਧਿਆਏ ਦਾ ਫਿਰ ਪਾਏ ਨਾ ਮੋਆ। ਦਿਨ ਰਾਤ ਅਖੰਡ ਭਜਨ ਹੁੰਦਾ ਹੈ, ਨਾਮ ਜਪਿਆ ਜਾਂਦਾ ਹੈ ਔਰ ਮਰਤੂ ਕਾਲ ਨੇੜੇ ਨਹੀਂ ਆਉਂਦਾ। ਦੋਹਰਾ ਗ੍ਰੰਥ ਬਚਨ ਸੁਨ ਖੁਸ਼ ਭਏ ਲਈ ਕਸੂਰ ਜਨ ਮਾਰ। ਇਸ ਤਰ੍ਹਾਂ ਜਦੋਂ ਹੁਕਮਨਾਮਾ ਸੁਣਿਆ, ਖਾਲਸੇ ਨੇ ਖੁਸ਼ੀਆਂ ਦੇ ਜਕਾਰੇ ਗਜਾ ਦਿੱਤੇ। ਇੰਨੀ ਖੁਸ਼ੀ ਹੋਈ ਵੀ ਮਾਨੋ ਅਸੀਂ ਕਸੂਰ ਫਤਿਹ ਕਰ ਲਈ ਹੈ, ਹੋ ਗਿਆ ਕੰਮ, ਹੁਣ ਕੁਛ ਚਿੰਤਾ ਕਰਨ ਦੀ ਲੋੜ ਨਹੀਂ। ਮਹਾਰਾਜ ਨੇ ਕਹਿ ਦਿੱਤਾ ਵੀ ਮੋਰਚਾ ਫਤਿਹ ਹੋਵੇਗਾ। ਕਰੈ ਨਗਾਰੇ ਜੈਤ ਕੇ ਗੁਰ ਫਤਿਹ ਸੋ ਊਚ ਉਚਾਰ। ਉੱਚੀ ਉੱਚੀ ਜਕਾਰੇ ਗਜਾਣ ਲੱਗੇ ਸਿੰਘ ਤੇ ਨਗਾਰਿਆਂ ਦੇ ਚੋਭਾਂ ਲਾਉਣ ਲੱਗੇ। ਚਾਉ ਪਈ ਹਰੀ ਸਿੰਘ ਕਿਮ ਬਾਤ ਬਿਤਾਈ। ਬਾਬਾ ਹਰੀ ਸਿੰਘ ਜੀ ਨੇ ਬੜੀ ਮੁਸ਼ਕਲ ਰਾਤ ਬਤੀਤ ਕੀਤੀ। ਡੇਰਾ ਦੀਨੋ ਪ੍ਰਾਤ ਚਲਾਈ। ਸਵੇਰੇ ਦਿਨ ਚੜ੍ਹਦਿਆਂ ਨੂੰ ਫੌਜਾਂ ਨੂੰ ਕੂਚ ਕਰਨ ਦਾ ਹੁਕਮ ਦੇ ਦਿੱਤਾ। ਮਹੂਰਤ ਵਾਰ ਨਾ ਪੁੱਛਿਓ ਕੋਈ। ਕਿਸੇ ਜੋਤਸ਼ੀ ਕੋਲੋਂ ਮਹੂਰਤ ਨਹੀਂ ਕਢਾਇਆ। ਜਿਵੇਂ ਉਸ ਵੇਲੇ ਰਿਵਾਜ ਸੀਗਾ ਕਿ ਲੋਕ ਕੋਈ ਵੀ ਕੰਮ ਕਰਦੇ ਜੋਤਸ਼ੀਆਂ ਨੂੰ ਪੁੱਛਿਆ ਕਰਦੇ ਸਨ ਵੀ ਆਹ ਕੰਮ ਕਰੀਏ ਕਿ ਨਾ ਕਰੀਏ, ਦਿਨ ਚੰਗਾ ਜਾਂ ਮਾੜਾ, ਯਾਤਰਾ ਤੇ ਜਾਈਏ ਜਾਂ ਨਾ ਜਾਈਏ, ਟੇਵੇ ਲਵਾਉਂਦੇ ਸਨ। ਖਾਲਸੇ ਨੇ ਕੋਈ ਟੇਵਾ ਨਹੀਂ ਲਵਾਇਆ, ਕੋਈ ਮਹੂਰਤ ਨਹੀਂ ਕਢਾਈ। ਗ੍ਰੰਥ ਵਾਕ ਉਨ ਸੁਨਿਓ ਹੋਏ। ਉਹਨਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਬਚਨ ਤੇ ਹੀ ਭਰੋਸਾ ਕੀਤਾ। ਗੁਰੂ ਖਾਲਸੇ ਦਾ ਭਰੋਸਾ ਗੁਰਬਾਣੀ ਤੇ ਹੀ, ਹੁਕਮਨਾਮੇ ਤੇ ਅਰਦਾਸ ਤੇ ਹੁੰਦਾ ਹੈ। ਗੁਰੂ ਸਾਹਿਬ ਕਹਿ ਦਿੱਤਾ ਤੇ ਬਸ ਕਹਿ ਦਿੱਤਾ। ਹੋਰ ਕਿਸੇ ਜੋਤਸ਼ੀ ਨੂੰ ਕਿਸੇ ਨੂੰ ਪੁੱਛਣ ਦੀ ਲੋੜ ਨਹੀਂ। ਗੁਰੂ ਨੂੰ ਪੁੱਛ ਲਓ। ਸਤਿਗੁਰੂ ਸਭ ਜੋਤਸ਼ੀਆਂ ਤੋਂ ਵੱਡੇ ਹਨ। ਸੰਸਾਰ ਦੇ ਵਿੱਚ ਗੁਰ ਜੈਸਾ ਨਾਹੀ ਕੋ ਦੇਵ। ਕੌਣ ਹੈ ਗੁਰੂ ਸਾਹਿਬ ਦੇ ਬਰਾਬਰ? ਸੋ ਮਹਾਰਾਜ ਨੂੰ ਪੁੱਛ ਕੇ ਸਿੰਘਾਂ ਨੇ ਚਾਲੇ ਪਾ ਦਿੱਤੇ। ਪਹਿਲੋਂ ਪਿਪਲੀ ਕੀਨੋ ਡੇਰਾ। ਪਹਿਲਾ ਡੇਰਾ ਪਿਪਲੀ ਸਾਹਿਬ ਕੀਤਾ, ਜਿਹੜਾ 6ਵੀਂ ਪਾਤਸ਼ਾਹੀ ਦਾ ਗੁਰਦੁਆਰਾ ਹੈ ਅੰਮ੍ਰਿਤਸਰ ਦੇ ਵਿੱਚ। 5000 ਭਲ ਸਿੰਘ ਚੰਗੇਰਾ। 5000 ਸਿੰਘਾਂ ਦੀ ਉੱਥੇ ਗਿਣਤੀ ਕੀਤੀ। ਭੰਗੀਆਂ ਦੀ ਮਿਸਲ ਦੇ 5000 ਲੜਾਕੇ ਸਿੰਘ ਸਨ। ਆਏ ਰਲੀ ਉਹਾਂ ਮਿਸਲਾਂ ਚਾਰ ਮਿਸਲਾਂ ਬਾਕੀ ਨਕਈਆਂ ਦੀ, ਕਨਈਆਂ ਦੀ, ਸਿੰਘ ਚੜਤ ਸਿੰਘ ਦੀ, ਸ਼ੁਕਰ ਚੱਕੀਏ ਤੇ ਰਾਮਗੜੀਏ। ਇਹ 4 ਮਿਸਲਾਂ ਜਿਹੜੀਆਂ ਉਹ ਵੀ ਉੱਥੇ ਆ ਗਈਆਂ। ਪਿੱਪਲੀ ਸਾਹਿਬ ਇਕੱਠੇ ਹੋ ਗਏ ਸਾਰੇ। ਖਾਸ ਘੋੜਾ ਥਾ 10,000। ਇਹਦਾ 10,000 ਘੋੜ ਸਵਾਰ ਸਿੰਘ ਇਕੱਠੇ ਹੋ ਗਏ। ਹਾਂਜੀ। ਲਿਖ ਚਿੱਠੇ ਚਾਰ ਤਰਫ ਕਲਾਏ। ਉਥੋਂ ਸਿੰਘਾਂ ਨੇ, ਹਰੀ ਸਿੰਘ ਨੇ ਚਾਰੇ ਪਾਸੇ ਚਿੱਠੇ ਲਿਖ ਦਿੱਤੇ। ਸਿੰਘਾਂ ਵੱਲ ਚਿੱਠੇ ਲਿਖਤੇ ਜਿਹੜੇ ਛੁੱਟੀਆਂ ਤੇ ਗਏ ਸੀਗੇ, ਜਾਂ ਸਿੰਘਾਂ ਦੇ ਹੋਰ ਛੋਟੇ ਛੋਟੇ ਜਥੇ ਮਾਝੇ ਮਾਲਵੇ 'ਚ ਘੁੰਮ ਰਹੇ ਸਨ, ਨੇੜੇ ਲਾਹੌਰ ਦੇ ਕਸੂਰ ਦੇ, ਛੇਤੀ ਪਹੁੰਚ ਸਕਦੇ, ਉਹਨਾਂ ਨੂੰ ਖਬਰਾਂ ਕਰ ਦਿੱਤੀਆਂ ਫਟਾਫਟ ਆ ਜਾਓ। ਬ੍ਰਹਮ ਕਾਜ ਕੋ ਹਮ ਚੜ ਧਾਏ। ਖਾਲਸਾ ਜੀ ਬ੍ਰਾਹਮਣ ਦੀ ਇਸਤਰੀ ਖੋਹ ਲਈ ਹੈ ਕਸੂਰ ਦੇ ਪਠਾਣਾ ਨੇ, ਉਹ ਛੁਡਾ ਕੇ ਲਿਆਣੀ ਹੈ। ਸ਼ਰਨ ਪਏ ਦੀ ਲਾਜ ਰੱਖਣੀ ਹੈ, ਧਰਮ ਦਾ ਯੁੱਧ ਹੈ, ਸਭ ਆ ਜਾਓ। ਜਿਸ ਕੋ ਹੈ ਖਾਲਸਾ ਕੀ ਲਾਜ। ਜਿਹਨੂੰ ਖਾਲਸਾ ਹੋਣ ਦੀ ਲਾਜ ਹੈ, ਜਿਹੜਾ ਆਪਣੇ ਆਪ ਨੂੰ ਖਾਲਸਾ ਕਹਾਉਂਦਾ ਹੈ, ਜਿਹਨੇ ਖੰਡੇ ਦਾ ਅੰਮ੍ਰਿਤ ਛਕਿਆ ਹੈ। ਆਵੋ ਮਰਨੋ ਮਾਰਨ ਕਾਜ। ਮਰਨ ਮਾਰਨ ਦਾ ਕੰਮ ਹੈ। ਇਹਦੇ ਵਿੱਚ ਸ਼ਹੀਦੀਆਂ ਪਾਉਣ ਵਾਲੇ ਹੀ ਆਉਣ, ਦੂਸਰਿਆਂ ਦਾ ਕੋਈ ਕੰਮ ਨਹੀਂ। ਯੋ ਲਿਖ ਦੀਨੋ ਡੇਰੋ ਤੋਰ। ਹਰੀ ਸਿੰਘ ਭੰਗੀ, ਜੱਸਾ ਸਿੰਘ ਰਾਮਗੜੀਏ, ਸ਼ੁਕਰ ਚੱਕੀਏ, ਚੜਤ ਸਿੰਘ,
ਸਾਰੇ ਸਰਦਾਰਾਂ ਨੇ ਇਹ ਗੁਰਮਤਾ ਲਿਖ ਕੇ ਬਾਕੀ ਸਿੰਘਾਂ ਵੱਲ ਚਿੱਠੇ ਲਿਖ ਦਿੱਤੇ ਤੇ ਆਪਣੀ ਛਾਉਣੀ ਅੱਗੇ ਨੂੰ ਤੋਰ ਦਿੱਤੀ। ਫੌਜ ਤੁਰ ਪਈ। ਗੁਰੂ ਵਡਾਲੀ ਲਾਇਓ ਠੌਰ। ਗੁਰੂ ਕੀ ਵਡਾਲੀ ਛਿਆਟਾ ਸਾਹਿਬ ਜਾ ਕੇ ਖਾਲਸੇ ਨੇ ਪੜਾਅ ਕੀਤਾ ਤੇ ਗੁਰੂ ਕੇ ਛਿਆਟੇ ਤੋਂ ਜਲ ਛਕਿਆ। ਊਹਾਂ 1000 ਆਏ ਪੰਜ ਕੂਰਲੇ। 5000 ਸਿੰਘ ਉੱਥੇ ਹੋਰ ਆ ਗਏ। ਜਦੋਂ ਛਿਆਟੇ ਪਹੁੰਚਿਆ ਖਾਲਸੇ ਦਾ ਦਲ, 5000 ਸਿੰਘ ਹੋਰ ਆ ਗਿਆ ਫਟਾਫਟ ਜੰਗਲਾਂ ਚੋਂ ਨਿਕਲ ਕੇ। ਸਿੰਘ ਸੂਰਮੇ ਦਿਲ ਕੇ ਭਲੇ। ਜਿਹੜੇ ਗੁਰੂ ਨਾਲ ਪਿਆਰ ਕਰਨ ਵਾਲੇ ਧਰਮੀ ਸਿੰਘ ਸਨ, ਸ਼ਹੀਦੀਆਂ ਪਾਉਣ ਲਈ ਆਪ ਹੀ ਆ ਜਾਂਦੇ ਸਨ। ਇਹੋ ਜਿਹਾ ਪੰਥ ਵਿੱਚ ਜਜ਼ਬਾ ਸੀ। ਉਹ 5000 ਸਿੰਘਾਂ ਦਾ ਦਲ ਹੋਰ ਇਕੱਠਾ ਹੋ ਗਿਆ। ਦੋਹਰਾ ਡੇਰਾ ਤੋਰ ਊਹਾਂ ਤੇ ਫਿਰ ਉਤਰੇ ਰਾਜੇ ਤਾਲ। ਛਿਆਟਾ ਸਾਹਿਬ ਤੋਂ ਖਾਲਸਾ ਤੁਰ ਪਿਆ ਤੇ ਅੱਗੇ ਕਿ ਰਾਜੇ ਦਾ ਤਾਲ ਕਹਿੰਦੇ ਹਨ। ਰਾਜੇ ਦਾ ਤਾਲ ਜਗ੍ਹਾ ਹੈ। ਉੱਥੇ ਪਹੁੰਚੇ ਜਦੋਂ ਸਾਰੇ ਸਿੰਘ 1004 ਕੂ ਆ ਰਲੇ। ਭਏ ਸੋ ਖਾਲਸੇ ਨਾਲ। 4000 ਉੱਥੇ ਵੀ ਸਿੰਘ ਹੋਰ ਆ ਗਿਆ। ਇਸ ਤਰ੍ਹਾਂ ਸਿੰਘ ਰਲਦੇ ਗਏ, ਵੱਧਦੇ ਗਏ। ਗਿਣਤੀ ਜਿਹੜੀ ਸੀ ਉਹ ਦੁੱਗਣੀ ਹੋ ਗਈ। ਜਾਓ ਪਈ 1024 ਸਭ ਊਹਾਂ ਗਿਨੇ। ਉੱਥੇ ਰਾਜੇ ਦੇ ਤਾਰ ਗਿਣਤੀ ਕੀਤੀ ਫੌਜ ਦੀ, 24000 ਸਿੰਘ ਹੋ ਗਿਆ। 12 ਲੱਖ ਥੇ ਊਹਾਂ ਮਿਨੇ। ਉਧਰ 12 ਲੱਖ ਕਸੂਰ ਚ ਪਠਾਨ ਉਹਨਾਂ ਨਾਲ ਜੰਗ ਕਰਨ ਦੀਆਂ ਉਧਰ ਖਬਰਾਂ ਮਿਲੀਆਂ ਵੀ 12 ਲੱਖ ਉਹਨਾਂ ਦੀ ਹੈਗੀ ਹੈ ਆਬਾਦੀ। ਪਠਾਨ ਹੀ ਬੈਠੇ ਨੇ ਸਭ ਪਿੰਡਾਂ ਵਿੱਚ, ਸ਼ਹਿਰਾਂ ਵਿੱਚ। ਜੇ ਉਹ ਇਕੱਠੇ ਹੋਣਗੇ ਤਾਂ ਉਹਨਾਂ ਨਾਲ ਲੜਾਈ ਬਹੁਤ ਵੱਡੀ ਹੋਵੇਗੀ। ਹਾਂਜੀ, ਇਨ ਮੈਂ ਉਨ ਮੈਂ ਥੋ ਵੱਡ ਫਰਕ। ਬੜਾ ਫਰਕ। ਕਿੱਥੇ 12 ਲੱਖ ਬੰਦਾ, ਕਿੱਥੇ 24000 ਬੰਦਾ। 1 ਲੱਖ ਨੂੰ 2000 ਕਿਵੇਂ ਸਾਂਭਣਗੇ? ਬੜੀ ਔਖੀ ਗੱਲ ਸੀ। ਬੜਾ ਔਖਾ ਮੁਕਾਬਲਾ ਸੀ ਜਿਹਦੇ ਲਈ ਸਿੰਘ ਤੁਰ ਪਏ ਸਨ। ਯੋ ਸਿਆਣੇ ਲੋਕਨ ਜਿਉ ਧਰਕ। ਜਿਹੜੇ ਸਿਆਣੇ ਸਨ, ਥੋੜਾ ਦਿਮਾਗ ਰੱਖਣ ਵਾਲੇ ਕਹਿ ਲੋ, ਉਹ ਉਹਨਾਂ ਦੇ ਕਾਲਜੇ ਧੜਕਣ ਲੱਗ ਪਏ। ਉਹ ਕਹਿੰਦੇ ਗੱਲ ਔਖੀ ਜੀ ਛੇੜ ਬੈਠਾ ਹਰੀ ਸਿੰਘ। ਬਈ ਕਿਤੇ 12 ਲੱਖ, ਕਿਤੇ ਅਸੀਂ 24000 ਮਾਰੇ ਜਾਵਾਂਗੇ ਜਾ ਕੇ ਬਿਨਾਂ ਮਤਲਬ ਦੇ। ਹਰੀ ਸਿੰਘ ਤਉ ਮਿਟੈ ਨਾ ਕਿਵੈ। ਹਰੀ ਸਿੰਘ ਨੇ ਪਿਛਾ ਤੇ ਮੁੜਨਾ ਕੋਈ ਨਹੀਂ। ਇਹ ਬੜਾ ਅੜੀਅਲ ਸਿੰਘ ਹੈ। ਉਸ ਜੀਵ ਧਰਾਵੈ ਚੜ ਸਿੰਘ ਤਿਮੈ। ਚੜਤ ਸਿੰਘ ਜਿਹੜਾ ਸੀ ਉਹ ਵੀ ਨਾਲ ਰਲਿਆ ਹੋਇਆ। ਜਿਹੜੇ ਸਿਆਣੇ ਸੀਗੇ ਉਹ ਕਹਿੰਦੇ ਆ ਕਿ ਜਿਹੋ ਜਿਹਾ ਹਰੀ ਸਿੰਘ ਉਹੋ ਜਿਹਾ ਚੜਤ ਸਿੰਘ। ਇਹ ਦੋਵੇਂ ਹੀ ਲੜਨ ਭਿੜਨ ਤੋਂ ਪਿੱਛੇ ਹਟਦੇ ਕੋਈ ਨਹੀਂ। ਦੂਜਿਆਂ ਦੇ ਘਰ ਜਾਂਦੀ ਹੋਈ ਲੜਾਈ ਨੂੰ ਆਪਣੇ ਘਰ ਆਵਾਜ਼ ਮਾਰ ਕੇ ਬੁਲਾਉਣ ਵਾਲੇ ਦੋਵੇਂ ਹੀ। ਹਾਂਜੀ, ਜਾਓ ਫੌਜਨ ਵੱਲ ਦੇਖਣ ਕੂਰੇ। ਜਦੋਂ ਫੌਜਾਂ ਨੂੰ ਦੇਖਦੇ ਨੇ ਉਹ ਕੱਚੇ ਪਿੱਲੇ। ਕਹੈ ਮਾਰ ਕਬ ਹੋਗ ਕਸੂਰੇ। ਉਹ ਕਹਿੰਦੇ 24000 ਬੰਦਿਆਂ ਨਾਲ ਕਸੂਰ ਫਤਿਹ ਕਰ ਲੇਗਾ ਹਰੀ ਸਿੰਘ? ਕਦੀ ਨਹੀਂ ਹੋ ਸਕਦਾ, ਇਦਾਂ ਹੋ ਹੀ ਨਹੀਂ ਸਕਦਾ। ਜਾਓ ਦੇਖੈ ਫੌਜਾਂ ਕੇ ਸੂਰਾ। ਜਦੋਂ ਫੌਜ ਦੇ ਸੂਰਮੇ ਦੇਖਦੇ ਆ, ਜਿਹੜੇ ਯੋਧੇ ਦਲੇਰ ਹਨ, ਮਾਰ ਲਹਾਂਗੇ ਕਹੈ ਜ਼ਰੂਰਾ। ਕਹਿੰਦੇ ਸੂਰਮੇ ਬੜੇ ਤਗੜੇ ਹਨ। ਫੌਜ ਥੋੜੀ ਹੈ ਪਰ ਲੜਾਕੇ ਬੜੇ ਚੰਗੇ ਹਨ। ਹਰੀ ਸਿੰਘ, ਜੱਸਾ ਸਿੰਘ ਸਾਰੇ ਇੱਕ ਤੋਂ ਇੱਕ ਚੜ੍ਹਦੇ ਜਰਨੈਲ ਹਨ, ਫਤਿਹ ਕਰ ਲੈਣੇ। ਇਸ ਤਰ੍ਹਾਂ ਡਬਲ ਮਾਈਂਡ ਜਿਹੜੀ ਦੁਬਦਾ ਹੈ ਉਹ ਫੌਜ ਦੇ ਵਿੱਚ ਹੀ ਨਜ਼ਰ ਆਉਂਦੀ ਹੈ। ਜਿਹੜੇ ਤਾਂ ਦਲੇਰ ਹਨ ਉਹ ਤਾਂ ਕਹਿੰਦੇ ਗੁਰੂ ਦਾ ਹੁਕਮ ਹੋ ਗਿਆ ਫਤਿਹ ਕਰ ਦਿਆਂਗੇ। ਜਿਹੜੇ ਮੇਰੇ ਵਰਗੇ ਥੋੜੇ ਸੋਚਣ ਵਾਲੇ ਉਹ ਕਹਿੰਦੇ ਮਾਰੇ ਜਾਵਾਂਗੇ, ਨੁਕਸਾਨ ਹੋ ਜਾਏਗਾ, ਘਾਟਾ ਪਏਗਾ। ਇੱਦਾਂ ਤੁਰੇ ਜਾਂਦੇ ਆ ਤੇ ਗੱਲਾਂ ਕਰੀ ਜਾਂਦੇ। ਕੱਚੇ ਲੋਕ ਤੋ ਕਹੈ ਕਚਾਈ। ਕੱਚਿਆਂ ਨੇ ਤਾਂ ਕੱਚੀ ਗੱਲ ਕਰਨੀ, ਕੱਚੇ ਪਿੱਲੇ ਤਾਂ ਕੱਚੀਆਂ ਗੱਲਾਂ ਕਰਦੇ ਆ। ਹਾਂਜੀ, ਪੱਕੇ ਕਹੈ ਅਬ ਮਿਟੋ ਸੋ ਨਾਹੀ। ਜਿਹੜੇ ਪੱਕੇ ਇਰਾਦੇ ਵਾਲੇ ਕਹਿੰਦੇ ਮਿਟਣਾ ਨਹੀਂ, ਹਟਣਾ ਨਹੀਂ ਪਿੱਛੇ, ਹੁਣ ਤਾਂ ਕਸੂਰ ਫਤਿਹ ਕਰਨੀ ਹੈ। ਕੋਈ ਕਹੈ ਲੜ ਹੈ ਆਏ ਆਗੇ। ਤੇ ਕਈ ਕਹਿੰਦੇ ਪਠਾਨ ਕਿਹੜਾ ਚੂੜੀਆਂ ਪਾ ਕੇ ਬੈਠੇ ਆ, ਉਹ ਵੀ ਆਣਗੇ ਬਾਹਰ ਤੇ ਸ਼ਹਿਰ ਤੋਂ ਬਾਹਰ ਹੋ ਕੇ ਸਿੰਘਾਂ ਨਾਲ ਲੜਨਗੇ। ਨਹਿ ਛੋੜੈ ਵਹਿ ਹਮ ਕੋ ਭਾਗੇ। ਤੇ ਜੇ ਆਪਾਂ ਭੱਜਾਂਗੇ ਵੀ ਨਾ ਤੇ ਪਿੱਛੇ ਪੈ ਕੇ ਪਠਾਨ ਸਾਨੂੰ ਭੱਜਣ ਵੀ ਨਹੀਂ ਦੇਣਗੇ। ਭੱਜਿਆ ਵੀ ਉਹਨਾਂ ਨੇ ਭੱਜਣ ਨਹੀਂ ਦੇਣਾ, ਜਾਣ ਨਹੀਂ ਦੇਣਾ। ਪਠਾਨਾਂ ਨੇ ਮਾਰੇ ਜਾਵਾਂਗੇ। ਕੋਈ ਕਹੈ ਪੰਥ ਭੱਜ ਨਹਿ ਜਾਊਗ। ਅੱਗੋਂ ਜਿਹੜੇ ਦਲੇਰ ਉਹ ਕਹਿੰਦੇ ਲੈ ਪੰਥ ਭੱਜੇਗਾ ਥੋੜਾ, ਖਾਲਸਾ ਪੰਥ ਨਹੀਂ ਭੱਜਦਾ ਮੈਦਾਨ ਵਿੱਚੋਂ। ਪਰ ਸਵਾਰਥ ਹਿਤ ਪ੍ਰਾਣ ਤਜਾਊਗ। ਉਹ ਹੌਸਲਾ ਦਿੰਦੇ ਆ, ਉਹ ਕਹਿੰਦੇ ਆਪਾਂ ਸ਼ਹੀਦ ਹੋਵਾਂਗੇ, ਲੜਾਂਗੇ, ਮਰਾਂਗੇ, ਮਾਰਾਂਗੇ। ਦੋਹਰਾ ਮੂਜੀ ਲੋਕ ਤਹ ਇਮ ਕਹੈ ਕੌਣ ਪੁੱਛਗ ਪੰਥ ਸਲਾਹੇ। ਜਿਹੜੇ ਕਾਇਰ ਹਨ, ਮੂਜੀ ਹਨ,
ਉਹ ਕਹਿੰਦੇ ਉਸ ਵੇਲੇ ਪੰਥ ਦੀ ਸਲਾਹ ਥੋੜਾ ਪੁੱਛਣੀ ਹੈ, ਜਿਹੜੇ ਗੋਲੇ ਚੱਲਣੇ ਤੋਪਾਂ ਦੇ, ਅਗਲਿਆਂ ਪਠਾਣਾਂ ਨੇ ਬੁਥਾਲ ਭੰਨ ਦੇਣੇ ਆ, ਫਿਰ ਆਪਾਂ ਨੂੰ ਭੱਜਣਾ ਹੀ ਪੈਣਾ। ਉਥੇ ਕਿਹੜਾ ਪੰਥ ਆ ਕੇ ਬੌੜੇਗਾ। ਮਾਰ ਪਊਗ ਜਬ ਵੱਲ ਅੱਗੋਂ, ਨੱਠ ਚੱਲੂਗ ਆਪਣੇ ਰਾਹੇ। ਉਹ ਜਿਹੜੇ ਢਿੱਲੀਆਂ ਗੱਲਾਂ ਕਰਨ ਵਾਲੇ, ਉਹ ਢਿੱਲੀਆਂ ਦਲੀਲਾਂ ਦੇਈ ਜਾਂਦੇ। ਕਹਿੰਦੇ ਜਦੋਂ ਜੰਜੀਰੀਦਾਰ ਗੋਲੇ ਚੱਲੇ ਨਾ ਤੋਪਾਂ ਦੇ, ਤੇ ਉਸ ਵੇਲੇ ਸਿੰਘ ਜੀ ਤੁਸੀਂ ਪਹਿਲਾਂ ਭੱਜੋਗੇ। ਜਿਹੜੇ ਕਹਿੰਦੇ ਅਸੀਂ ਪੰਥ ਤੇ ਮਰ ਜਾਵਾਂਗੇ, ਉਸ ਵੇਲੇ ਪੰਥ ਨੂੰ ਕੋਈ ਨਹੀਂ ਪੁੱਛਦਾ ਹੁੰਦਾ। ਜਦੋਂ ਮੌਤ ਸਾਹਮਣੇ ਆ ਜਾਂਦੀ ਹੈ, ਫਿਰ ਤੇ ਜਾਨਾਂ ਦੀ ਪੈਂਦੀ ਹੁੰਦੀ ਹੈ। ਹਾਂਜੀ। ਚਉਪਈ ਭੁਜੰਗੀ ਕਹੈ ਦਈ ਗ੍ਰੰਥ ਆਵਾਜ਼। ਜਿਹੜੇ ਭੁਜੰਗੀ ਸਨ ਨਿਹੰਗ ਸਿੰਘ ਲੜਾਕੇ, ਉਹ ਕਹਿੰਦੇ ਗੁਰੂ ਗ੍ਰੰਥ ਸਾਹਿਬ ਦਾ ਹੁਕਮਨਾਮਾ ਆ ਗਿਆ, ਗੁਰੂ ਜੀ ਨੇ ਹੁਕਮਨਾਮਾ ਦਿੱਤਾ ਹੈ, ਸੋ ਕਰੈ ਗੋ ਹਮਰਾ ਕਾਜ। ਅਸੀਂ ਨਹੀਂ ਲੜਨਾ। ਗੁਰੂ ਗ੍ਰੰਥ ਸਾਹਿਬ ਜਾਣੇ, ਉਹਦਾ ਕੰਮ ਜਾਣੇ, ਉਹ ਆਪ ਹੀ ਲੜੇਗਾ, ਆਪ ਹੀ ਕਰੇਗਾ ਸਾਰਾ ਕੰਮ, ਅਸੀਂ ਥੋੜਾ ਕੁਝ ਕਰਨਾ। ਹਾਂਜੀ। ਖਾਲਸਾ ਦੀਵਾਨ ਜਾਏ ਅਗਾਹਾਂ ਲਾਇਆ। ਇਸ ਤਰ੍ਹਾਂ ਖਾਲਸੇ ਨੇ ਰਾਜੇ ਦੇ ਤਾਲ ਤੋਂ ਅੱਗੇ ਜਾ ਕੇ ਦੀਵਾਨ ਲਾਇਆ, ਇੱਕ ਜਗ੍ਹਾ ਤੇ ਛਾਉਣੀ ਕੀਤੀ। ਤੁਰਿਓ ਕਸੂਰੋਂ ਸਿੱਖ ਇੱਕ ਆਇਆ। ਇੱਕ ਸਿੱਖ ਕਸੂਰ ਤੋਂ ਤੁਰਿਆ ਆਉਂਦਾ, ਉਧਰੋਂ ਕਸੂਰ ਦਾ ਰਹਿਣ ਵਾਲਾ ਇੱਧਰ ਆ ਗਿਆ। ਹਾਂਜੀ। ਖਾਲਸਾ ਸੋ ਲਿਓ ਬੁਲਾਏ। ਸਿੰਘਾਂ ਨੇ ਪਛਾਣ ਲਿਆ ਤੇ ਉਹਨੂੰ ਬੁਲਾ ਲਿਆ ਆਪਣੇ ਕੋਲ। ਪੁੱਛੀ ਹਕੀਕਤ ਮਦ ਬਹਾਏ। ਉਹਨੂੰ ਕੋਲ ਬਹਾ ਕੇ ਪੁੱਛਦੇ ਨੇ ਸਿੰਘ, ਤੂੰ ਹੈ ਸਿੱਖ ਖਾਲਸੋ ਭਾਈ। ਤੂੰ ਭਰਾਵਾ ਸਾਡਾ ਭਰਾ ਹੈ, ਸਿੰਘ ਗੁਰੂ ਦਾ, ਤੇ ਗੁਰੂ ਬਾਣੀ ਪੜ੍ਹਨ ਵਾਲਾ ਜਾਪਦਾ ਹੈ, ਸੱਚ ਦੱਸੀ ਜਰਾ। ਦੇਹੋ ਸੱਚ ਬਾਤ ਬਤਾਈ। ਸਾਨੂੰ ਸੱਚੀ ਗੱਲ ਦੱਸੀ, ਕੋਈ ਪੜਦਾ ਨਾ ਰੱਖੀ, ਜੋ ਵੀ ਤੈਨੂੰ ਪਤਾ ਸਹੀ ਦੱਸੀ। ਕਸੂਰ ਵਿੱਚ ਕਿਆ ਕਰਤ ਆਵਾਈ। ਕਸੂਰ ਦੇ ਵਿੱਚ ਇਸ ਵੇਲੇ ਕੀ ਅਫਵਾਹ ਚੱਲ ਰਹੀ ਹੈ, ਕੀ ਆਵਾਜ਼ ਚੱਲ ਰਹੀ ਹੈ, ਕੀ ਉੱਥੋਂ ਦਾ ਮਾਹੌਲ ਹੈ। ਉੱਥੇ ਸਾਡੇ ਆਉਣ ਦੇ ਬਾਰੇ, ਸਿੰਘਾਂ ਦੇ ਦਲ ਦੇ ਹਮਲੇ ਬਾਰੇ ਕਿਸੇ ਨੂੰ ਪਤਾ ਲੱਗਾ ਕਿ ਨਹੀਂ ਲੱਗਾ। ਕਿਆ ਕੁਛ ਕੀਨੀ ਉਨ ਤਕੜਾਈ। ਪਠਾਣਾ ਨੇ ਸਾਡਾ ਮੁਕਾਬਲਾ ਕਰਨ ਲਈ ਤਿਆਰੀ ਕੀਤੀ ਹੈ ਜਾਂ ਨਹੀਂ ਕੀਤੀ। ਕਹਾਂ ਲੜੈ ਵਹਿ ਹਮਰੇ ਸਾਥ। ਉਹ ਸਾਡੇ ਨਾਲ ਲੜਾਈ ਕਿਹੜੇ ਮੈਦਾਨ 'ਚ ਕਰਨੀ ਹੈ, ਕਿਹੜੇ ਪਿੰਡ, ਕਿਹੜੇ ਸ਼ਹਿਰ, ਕਿਹੜੇ ਇਲਾਕੇ 'ਚ। ਕਿਉਂਕਿ ਜਦੋਂ ਵੀ ਲੜਾਈ ਹੁੰਦੀ, ਹਮਲਾ ਹੁੰਦਾ ਨਾ, ਸ਼ਹਿਰ ਵਾਲੇ ਜਿਹੜੇ ਹੁੰਦੇ ਆ ਉਹ ਹਮਲਾ ਰੋਕਣ ਲਈ ਦੂਰ ਜਾਂਦੇ ਬਾਹਰ। ਇਹ ਨਹੀਂ ਵੀ ਉਹ ਘਰ 'ਚ ਬੈਠੇ ਰਹਿੰਦੇ। ਉਹ ਕਹਿੰਦੇ ਵੀ ਦੁਸ਼ਮਣ ਨੇੜੇ ਨਾ ਆਵੇ, ਦੂਰੋਂ ਹੀ ਭਜਾ ਦਈਏ। ਲੜਾਈ ਦਾ ਤਰੀਕਾ ਹੀ ਇਹ ਹੈ, ਜੇ ਅਗਲਾ ਸਿਰ ਤੇ ਆ ਚੜਿਆ ਫਿਰ ਤੇ ਕਬਜ਼ਾ ਕਰ ਲੇਗਾ। ਸੋ ਸਾਡੇ ਨਾਲ ਲੜਨ ਲਈ ਪਠਾਨ ਕਿੰਨੀ ਕੁ ਦੂਰ ਬਾਹਰ ਨਿਕਲੇ ਹਨ, ਦੱਸ ਤੂੰ, ਤੈਨੂੰ ਪਤਾ ਹੋਣਾ। ਹੋਗ ਸ਼ਹਿਰ ਮੈਂ ਸਭ ਚੱਲੀ ਬਾਤ। ਸ਼ਹਿਰ ਦੇ ਵਿੱਚ ਗੱਲ ਤਾਂ ਚੱਲੀ ਹੋਵੇਗੀ। ਤਬ ਉਨ ਸਿੱਖ ਕਹੀ ਜਾਉ ਬਾਤ। ਇਸ ਤਰ੍ਹਾਂ ਸਾਧ ਸੰਗਤ ਜੀ, ਉਹ ਸਿੰਘ ਨੇ ਅੱਗੋਂ ਜਵਾਬ ਦਿੱਤਾ। ਉਹਾਂ ਤੁਮਰੀ ਚੱਲੀ ਨਾ ਬਾਤ। ਉਹ ਕਹਿਣ ਲੱਗਾ, ਖਾਲਸਾ ਜੀ ਅਜੇ ਤੱਕ ਤੇ ਕਸੂਰ 'ਚ ਤੁਹਾਡੀ ਕੋਈ ਗੱਲਬਾਤ ਹੀ ਕੋਈ ਨਹੀਂ, ਕਸੂਰ 'ਚ ਤੁਹਾਡਾ ਕੋਈ ਰੌਲਾ ਨਹੀਂ, ਕਿਸੇ ਨੂੰ ਪਤਾ ਹੀ ਨਹੀਂ, ਸੁਪਨਾ ਵੀ ਨਹੀਂ ਵੀ ਤੁਸੀਂ ਆ ਰਹੇ ਹੋ। ਹਾਂਜੀ। ਖੁੱਲੇ ਦਰਵਾਜੇ ਜੇ ਦਿਨ ਰਹਿ ਰਾਤ। ਉਥੇ ਦਿਨ ਰਾਤ ਦਰਵਾਜ਼ੇ ਖੁੱਲੇ ਰਹਿੰਦੇ। ਕਸੂਰ ਦੇ ਵਿੱਚ ਕਿਸੇ ਨੂੰ ਡਰ ਖੌਫ ਨਹੀਂ ਤੁਹਾਡਾ। ਝੂਠੇ ਕਹੋ ਨਾ ਪਹਿ ਸਿੱਖ ਭਰਾਤ। ਤੁਸੀਂ ਮੇਰੇ ਸਿੱਖ ਭਰਾ ਹੋ, ਮੈਂ ਝੂਠ ਨਹੀਂ ਕਹਿੰਦਾ, ਤੁਹਾਨੂੰ ਸੱਚ ਦੱਸ ਰਿਹਾ। ਮੈਂ ਉੱਥੋਂ ਹੀ ਆਇਆ, ਅੱਜ ਮੈਂ ਉੱਥੋਂ ਸਵੇਰੇ ਤੁਰਿਆ, ਸਵੇਰ ਤੱਕ ਤੇ ਤੁਹਾਡੀ ਉੱਥੇ ਕਿਸੇ ਨੂੰ ਖਬਰਸਾਰ ਨਹੀਂ ਵੀ ਸਿੱਖ ਆ ਰਹੇ ਨੇ, ਸਿੱਖਾਂ ਦਾ ਹੱਲਾ ਹੋਣਾ, ਕਿਸੇ ਨੂੰ ਚਿੱਤ ਚੇਤਾ ਵੀ ਨਹੀਂ ਕਸੂਰ ਦੇ ਵਿੱਚ। ਦੋਹਰਾ ਸਿਖਰ ਦੁਪਹਿਰੀ ਵੜ ਸਮੈ, ਭੋਹਰੀ ਤਹਾਂ ਪਠਾਨ। ਕਸੂਰ ਦੇ ਪਠਾਨ ਸਿਖਰ ਦੁਪਹਿਰੇ, ਕਿਉਂਕਿ ਮਹੀਨਾ ਅਪ੍ਰੈਲ ਤੇ ਮਈ ਦਾ ਸੀਗਾ, ਗਰਮੀ ਪੈ ਰਹੀ ਸੀ, ਤੇ ਪਠਾਨ ਜਿਹੜੇ ਨੇ ਉਹ ਸਿਖਰ ਦੁਪਹਿਰੇ ਗਰਮੀ ਕੱਟਣ ਲਈ ਭੌਰਿਆਂ 'ਚ ਵੜ ਕੇ ਨਾ ਸ਼ਰਦ ਖਾਨਿਆਂ ਵਿੱਚ ਆਰਾਮ ਨਾਲ ਸੌਂਦੇ ਨੇ। ਓਏ ਗਮ ਨਹਿ ਕਰੈ ਖੁਦਾਏ ਕੋ, ਸੋ ਨਿਕਸੈ ਸੰਜ ਪਛਾਨ। ਉਹ ਤੇ ਰੱਬ ਤੋਂ ਨਹੀਂ ਡਰਦੇ, ਤੁਹਾਡੇ ਤੋਂ ਕੀ ਡਰਨਗੇ। ਉਹਨਾਂ ਨੂੰ ਬੜਾ ਹੰਕਾਰ ਹੈ ਆਪਣੀ ਤਾਕਤ ਉੱਤੇ। ਉਹ ਤਾਂ ਰੱਬ ਤੋਂ ਨਹੀਂ ਗਮ ਖਾਂਦੇ, ਡਰਦੇ ਨਹੀਂ। ਤੇ ਉਹ ਤਾਂ ਸ਼ਾਮ ਨੂੰ ਨਿਕਲਦੇ ਆ, ਜਦੋਂ ਆਰਾਮ ਦਾ ਟਾਈਮ ਹੁੰਦਾ, ਸਾਰਾ ਦਿਨ ਸੁੱਤੇ ਰਹਿੰਦੇ ਆ ਦਾਰੂ ਪੀ ਕੇ। ਉਹ ਤੇ ਸ਼ਾਮ ਨੂੰ ਨਿਕਲਦੇ ਆ ਤੇ ਬਸ ਫੇਰ ਮੌਜ ਮੇਲਾ ਕਰਕੇ ਫਿਰ ਸੌਂ ਜਾਂਦੇ ਆ। ਉਹਨਾਂ ਨੂੰ ਕਿਸੇ ਦਾ ਡਰ ਨਹੀਂ। ਉਹ ਤਾਂ ਅਬਦਾਲੀ ਨੂੰ ਨਹੀਂ ਕੁਝ ਸਮਝਦੇ, ਮਰੱਟਿਆਂ ਤੋਂ ਨਹੀਂ ਉਹ ਡਰੇ। ਉਹ ਤਾਂ ਦਿੱਲੀ ਦੇ ਬਾਦਸ਼ਾਹ ਤੋਂ ਵੀ ਆਕੀ ਹੋ ਜਾਂਦੇ ਆ। ਉਹਨਾਂ ਨੇ ਤੁਹਾਡੇ ਤੋਂ ਕੀ ਡਰਨਾ ਖਾਲਸਾ ਜੀ। ਜਾਓ ਪਈ ਰੋਜਨ ਕੇ ਦਿਨ ਉਨ ਕੇ ਆਹੀ। ਨਾਲੇ ਰੋਜ਼ਿਆਂ ਦਾ, ਰਮਜ਼ਾਨ ਦਾ ਮਹੀਨਾ ਵੀ ਆ ਰਿਹਾ। ਉਹ ਜਿਹੜੇ ਰੋਜ਼ਿਆਂ ਦੇ ਦਿਨਾਂ ਵਿੱਚ ਸਾਰਾ ਦਿਨ ਰੋਟੀ ਨਹੀਂ ਖਾਂਦੇ, ਪੀਏ ਨਾ ਪਾਣੀ ਧੂਪ ਨਾ ਖਾਹੀ। ਉਹ ਪਾਣੀ ਨਹੀਂ ਪੀਂਦੇ, ਗਰਮੀ ਹੋਣ ਕਰਕੇ ਧੁੱਪੇ ਨਹੀਂ ਫਿਰ ਸਕਦੇ, ਥੱਲੇ ਸਰਦਖਾਨੇ 'ਚ ਪਏ ਰਹਿੰਦੇ ਆ।
ਵੀ ਪਾਣੀ ਪੀਣ ਤੋਂ ਬਚੀਏ, ਪਾਣੀ ਮੂੰਹ ਨੂੰ ਨਹੀਂ ਲਾਣਾ ਤੇ ਠੰਡੇ ਥਾਂ ਦੇ ਪਿਆਸ ਘੱਟ ਲੱਗਦੀ ਹੈ, ਇਸ ਕਰਕੇ ਉਹ ਧੁੱਪੇ ਨਿਕਲਣ ਦੀ ਖੇਚਲ ਵੀ ਨਹੀਂ ਕਰਦੇ ਅੱਜ ਕੱਲ। ਆਓ ਮਨ ਮੈਂ ਵਹਿ ਰਹਿ ਮਗਰੂਰ। ਔਰ ਆਪਣੇ ਮਨ 'ਚ ਹੰਕਾਰ ਵੀ ਬੜਾ ਉਹਨਾਂ ਨੂੰ, ਪਠਾਣਾਂ ਨੂੰ, ਵੀ ਅਸੀਂ ਤਾਂ ਕਿਸੇ ਨੂੰ ਸਮਝਦੇ ਨਹੀਂ, ਅਸੀਂ ਤਾਂ ਬਾਦਸ਼ਾਹ ਦਿੱਲੀ ਦਾ ਵੀ ਪਰਵਾਹ ਨਹੀਂ ਕਰਦੇ, ਅਹਿਮਦ ਸ਼ਾਹ ਅਬਦਾਲੀ ਦੀ ਪਰਵਾਹ ਨਹੀਂ ਕਰਦੇ, ਮਰਾਠਿਆਂ ਦੀ ਪਰਵਾਹ ਨਹੀਂ ਕਰਦੇ। ਉਹ ਤਾਂ ਮਹਾਰਾਜ ਬਹੁਤ ਦਲੇਰ ਪਠਾਣ ਹਨ, ਉਹਨਾਂ ਨੂੰ ਤੁਸੀਂ ਇਹ ਨਾ ਸਮਝੋ ਵੀ ਉਹ ਡਰ ਜਾਣਗੇ ਤੁਹਾਡੇ ਤੋਂ। ਕੋ ਢੁਕ ਸਕੈ ਇਤ ਜੂਹ ਕਸੂਰ। ਉਹਨਾਂ ਨੂੰ ਇੰਨਾ ਵਿਸ਼ਵਾਸ ਆ ਵੀ ਕਸੂਰ 'ਚ ਸਾਡੇ ਤੇ ਕੋਈ ਭਾਰੂ ਨਹੀਂ ਪੈ ਸਕਦਾ, ਕਸੂਰ ਕਿਸੇ ਤੋਂ ਫਤਿਹ ਹੋਈ ਨਹੀਂ ਤੇ ਸਿੱਖਾਂ ਤੋਂ ਤੇ ਕੀ ਹੋਣੀ ਹੈ। ਹਾਂਜੀ, ਸੁਣਤ ਸਿੰਘਣ ਤਬ ਯੋ ਕਹਿ ਲਈ। ਬਾਬਾ ਹਰੀ ਸਿੰਘ ਜੱਸਾ ਸਿੰਘ ਸਿਆਰੇ ਕਹਿਣ ਲੱਗੇ, ਗੁਰੂ ਗ੍ਰੰਥ ਅਬ ਵਿਧੀ ਬਣਾਈ। ਦੇਖੋ ਖਾਲਸਾ ਜੀ, ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਹੁਕਮਨਾਮਾ ਆਇਆ ਸੀ ਨਾ, ਉਹਦੀ ਵਿਧੀ ਬਣ ਰਹੀ ਹੈ। ਕਿਉਂਕਿ ਹਰ ਕੰਮ ਪਰਮੇਸ਼ਰ ਨੇ ਕਰਨਾ ਹੁੰਦਾ, ਪਰ ਤਰੀਕਾ ਦਾ ਉਹਦਾ ਕੋਈ ਨਾ ਕੋਈ ਰੱਬ ਸਬੱਬ ਤਾਂ ਲਾਉਂਦਾ ਹੀ ਹੈ ਨਾ। ਤੇ ਇਹ ਤਾਂ ਰਾਹ ਆਪਣਾ ਜਿਹੜਾ ਮਹਾਰਾਜ ਪਰਮੇਸ਼ਰ ਵੱਲੋਂ ਸਾਫ਼ ਹੋ ਰਿਹਾ, ਜਿਹੜਾ ਉਹ ਰੋਜ਼ੇ ਰੱਖੀ ਬੈਠੇ ਨੇ, ਸ਼ਰਦਖਾਨੇ 'ਚ ਸੁੱਤੇ ਪਏ, ਰੋਟੀ ਉਹਨਾਂ ਨੇ ਖਾਣੀ ਕੋਈ ਨਹੀਂ, ਬਾਹਰ ਉਹਨਾਂ ਨੇ ਨਿਕਲਣਾ ਕੋਈ ਨਹੀਂ। ਹਾਂਜੀ, ਰੱਖ ਰੋਜੇ ਵਹਿ ਨਿਰਬਲ ਭਏ। ਰੋਜ਼ੇ 30 ਹੁੰਦੇ ਨੇ, ਰੋਟੀ ਨਾ ਖਾਣ ਕਰਕੇ ਸਰੀਰ ਉਂਝ ਕਮਜ਼ੋਰ ਹੋਏ ਪਏ ਹੁੰਦੇ ਨੇ। ਹਾਂਜੀ, ਮਰਨੇ ਦਿਨ ਉਨ ਆਪੇ ਕਏ। ਮਰਨ ਦੇ ਦਿਨ ਤੇ ਆਪ ਸਹੇੜੀ, ਮੌਤ ਆਪ ਸਹੇੜੀ ਬੈਠੇ ਨੇ। ਉਹ ਜਿਹੜੇ ਭੁੱਖੇ ਮਰੀ ਜਾਂਦੇ ਨੇ, ਉਹ ਸਾਡੇ ਅੱਗੇ ਕੀ ਅੜਨਗੇ। ਸਿਖਰ ਦੁਪਹਿਰੇ ਤਹ ਚੱਲ ਵੜੋ। ਆਪਾਂ ਦੁਪਹਿਰੇ ਚੱਲ ਕੇ ਹੱਲਾ ਵੜੀਏ ਕਰੀਏ, ਕਸੂਰ 'ਚ ਦੁਪਹਿਰ ਵੇਲੇ ਵੜੀਏ। ਚੁੱਪ ਕਰ ਤੁਰੋ ਨਾ ਖੜਕੋ ਕਰੋ। ਇਸ ਕਰਕੇ ਆਪਾਂ ਹੁਣ ਲੜਾਈ ਦਾ ਢੰਗ ਬਦਲ ਦਈਏ, ਚੁੱਪ ਕਰਕੇ ਚੱਲੀਏ, ਨਾ ਨਗਾਰਾ ਵਜਾਈਏ ਤੇ ਨਾ ਨਿਸ਼ਾਨ ਦਾ ਫਰਲਾ ਖੋਲੀਏ। ਨਿਸ਼ਾਨ ਨਾ ਖੁਲਾਵੋ ਨਾ ਬਜਾਵੋ ਨਗਾਰੋ। ਨਾ ਨਿਸ਼ਾਨ ਸਾਹਿਬ ਦੇ ਫਰਲੇ ਖੋਲੋ ਤੇ ਨਾ ਨਗਾਰਿਆਂ ਦੇ ਉੱਤੇ ਚੋਭਾਂ ਲਾਓ। ਚੁੱਪ ਚਪੀਤੇ ਚੱਲ ਕੇ ਪਈਏ ਉਹਨਾਂ ਨੂੰ, ਕਿਉਂਕਿ ਉਹਨਾਂ ਦੀ ਗਿਣਤੀ ਜ਼ਿਆਦਾ ਹੈ। ਜੇ ਆਪਾਂ ਛੇੜਾਂਗੇ ਤਾਂ ਫੇਰ ਉਹ ਸਾਨੂੰ ਨਹੀਂ ਡਾਹ ਦੇਣਗੇ। 12 ਲੱਖ ਨੇ, 12 ਲੱਖ ਫੌਜ ਉਹਨਾਂ ਦੀ। ਤੇ ਜੇ ਆਪਾਂ ਚੁੱਪ ਚਪੀਤੇ ਜਾ ਵੜੀਏ ਤੇ ਠੀਕ ਰਹਾਂਗੇ। ਮਹਾਰਾਜ ਪਰਮੇਸ਼ਰ ਵਿਧ ਬਣਾ ਰਿਹਾ ਹੈ। ਰਾਹ ਨਾ ਛੇੜਿਓ ਮਤ ਹੋਏ ਪੁਕਾਰੂ। ਰਸਤੇ 'ਚ ਕਿਸੇ ਨੂੰ ਲੁੱਟੋ ਵੀ ਨਾ, ਕਿਉਂਕਿ ਜੇ ਆਪਾਂ ਰਸਤੇ 'ਚ ਕਿਸੇ ਨੂੰ ਲੁੱਟਾਂਗੇ, ਉਹ ਜਾ ਕੇ ਕਸੂਰ ਵਾਲੇ ਨੂੰ ਦੱਸ ਦੇਗਾ ਵੀ ਸਿੰਘ ਆ ਰਹੇ ਨੇ, ਪੁਕਾਰ ਕਰੇਗਾ। ਇਸ ਕਰਕੇ ਰਸਤੇ 'ਚ ਕਿਸੇ ਨੂੰ ਨਾ ਛੇੜੋ ਤੇ ਸਿੱਧਾ ਕਸੂਰ ਤੇ ਕਿਲਿਆਂ ਤੇ ਕਬਜ਼ਾ ਕਰੋ। ਗੁਰਮਤੋ ਖਾਲਸਾ ਥੋ ਯੋ ਕਰ ਲਿਓ। ਇਸ ਤਰ੍ਹਾਂ ਖਾਲਸੇ ਨੇ ਗੁਰਮਤਾ ਕਰ ਲਿਆ, ਸਾਰੇ ਪੰਥ ਨੇ। ਪਠਾਨ ਕੱਟੇ ਬਿਨ ਲੁੱਟਣ ਨਾ ਰਹਿਓ। ਪਹਿਲਾਂ ਪਠਾਣਾਂ ਨੂੰ ਸੋਧਣਾ ਤੇ ਫਿਰ ਉਸ ਤੋਂ ਬਾਅਦ ਆਪਾਂ ਕੋਈ ਖਜ਼ਾਨੇ ਨੂੰ ਹੱਥ ਲਾਣਾ। ਪਹਿਲਾਂ ਪਠਾਣਾਂ ਦੀ ਆਕੜ ਭੰਨਣੀ ਹੈ। ਮੋਹਰੈ ਤੁਰੈ ਸੋ ਆਪ ਸਰਦਾਰ। ਹਰੀ ਸਿੰਘ ਭੰਗੀ, ਜੱਸਾ ਸਿੰਘ ਰਾਮਗੜੀਆ, ਚੜ੍ਹਤ ਸਿੰਘ ਸੂਕਰ ਚੱਕੀਆ, ਜੈ ਸਿੰਘ ਕਨਈਆ, ਇਹ ਸਾਰੇ ਅੱਗੇ ਅੱਗੇ ਤੁਰਦੇ ਨੇ। ਜਿਮ ਕਰ ਵਪਾਰੀਏ ਆਏ ਵਪਾਰ। ਇਹਨਾਂ ਨੇ ਇਦਾਂ ਦਾ ਰੂਪ ਬਣਾ ਲਿਆ ਵੀ ਵਪਾਰੀ ਆਏ, ਵਪਾਰੀਆਂ ਵਾਲਾ ਭੇਸ ਬਣਾ ਲਿਆ। ਸ਼ਸਤਰ ਆਪਣੇ ਥੋੜੇ ਪਰਦੇ 'ਚ ਕਰ ਲਏ, ਘੋੜੇ ਨਾਲ ਸਨ, ਘੋੜੇ ਵੇਚਣ ਆਏ। ਇਦਾਂ ਦਾ ਬਣਾ ਕੇ ਰੂਪ ਦਰਵਾਜ਼ੇ ਥਾਣੀ ਅੰਦਰ ਵੜ ਗਏ। ਦੋਹਰਾ ਇੱਕ ਇੱਕ ਦੋਏ ਦੋਏ ਹੋਏ ਖੜੇ, ਕਈ ਅਗਾੜੇ ਜਾਹੇ। ਇੱਕ ਇੱਕ ਦੋ ਦੋ ਹੋ ਕੇ ਖਲੋ ਗਏ, ਇੱਥੇ ਖੜ ਗਏ ਦੋ, ਦੋ ਚਾਰ ਉੱਥੇ ਖੜ ਗਏ, ਦੋਗਾ ਲੰਘ ਗਏ 10 ਕਦਮ। ਇਦਾਂ ਵੀ ਸ਼ੱਕ ਨਾ ਪਵੇ ਫੌਜ ਆਈ ਹੈ। ਇਦਾਂ ਖਾਲਸੇ ਨੇ ਨੀਤੀ ਬਣਾ ਲਈ ਜੰਗ ਦੀ, ਵੀ ਜੇ ਸਿੱਧੇ ਲੜਾਂਗੇ ਤੇ ਸਾਡੀ ਹਾਰ ਹੋ ਜਾਣੀ ਹੈ, ਤੇ ਜੇ ਆਪਾਂ ਇਹਨਾਂ ਨੂੰ ਦੱਬਣਾ ਸੁੱਤੇ ਪਿਆਂ ਨੂੰ ਭੌਰਿਆਂ ਵਿੱਚ, ਤੇ ਆਪਾਂ ਵਪਾਰੀਆਂ ਵਾਲਾ ਰੂਪ ਬਣਾ ਲਈ। ਇਦਾਂ ਸਿੰਘਾਂ ਦਾ ਦਲ ਬਾਬਾ ਜੱਸਾ ਸਿੰਘ ਜੀ ਰਾਮਗੜੀਆ, ਜੈ ਸਿੰਘ ਕਨਈਆ ਤੇ ਚੜ੍ਹਤ ਸਿੰਘ ਸੂਕਰ ਚੱਕੀਆ, ਹਰੀ ਸਿੰਘ ਭੰਗੀ, ਸਾਰੇ ਸਰਦਾਰ ਸ਼ਹਿਰ 'ਚ ਵੜ ਗਏ। ਹਾਂਜੀ, ਕਈ ਉਤਰੈ ਕਈ ਹਟ ਬਹੈ, ਸੌਦੇ ਉਨਹਿ ਪੁਛਾਹੇ। ਦੁਕਾਨਾਂ 'ਚ ਵੜ ਕੇ, ਕਿਤੇ ਕੋਈ ਸੁਨਿਆਰਿਆਂ ਦੀ ਦੁਕਾਨ 'ਚ ਜਾ ਵੜਿਆ, ਕੋਈ ਦੂਸਰੀ ਦੁਕਾਨ 'ਚ ਜਾ ਵੜਿਆ। ਸ਼ਾਹ ਜੀ ਸੌਦਾ ਦੱਸੋ ਕਿਵੇਂ ਆ, ਕਣਕ ਦਾ ਕੀ ਰੇਟ ਹੈ, ਛੋਲਿਆਂ ਦਾ ਕੀ ਰੇਟ ਹੈ। ਸੁਨਿਆਰਿਆਂ ਨੂੰ ਉਹ ਵਿਚਾਰੇ ਚੱਕਰ 'ਚ ਪੈ ਗਏ ਵੀ ਇਹ ਤਾਂ ਵਪਾਰੀ ਬੜੇ ਆ ਗਏ ਨੇ। ਪਰ ਪਤਾ ਉਦੋਂ ਹੀ ਲੱਗਾ ਜਦੋਂ ਵਪਾਰੀਆਂ ਨੇ ਸਾਰਾ ਸ਼ਹਿਰ ਮੁੱਠੀ ਥੱਲੇ ਕਰ ਲਿਆ। ਉਹ ਖਾਲਸੇ ਦਾ ਜਿਹੜਾ ਕਸੂਰ ਫਤਿਹ ਕਰਨ ਦਾ ਸਾਕਾ ਸੀ, ਉਹਨੇ ਦਿੱਲੀ ਤੋਂ ਲੈ ਕੇ ਕਾਬਲ ਤੱਕ ਕੁੱਲ ਮੁਗਲਈਆ ਤੇ ਪਠਾਣਾਂ ਨੂੰ ਹਿਲਾ ਕੇ ਰੱਖ ਦਿੱਤਾ। ਵੀ ਇਹ ਏਡੇ ਬਹਾਦਰ ਬਣ ਗਏ ਵੀ ਜਿਹੜਾ ਕਸੂਰ ਅਬਦਾਲੀ ਕੋਲੋਂ ਨਹੀਂ ਫਤਿਹ ਹੁੰਦਾ ਸੀ, ਜਿਹੜਾ ਮਰਾਠਿਆਂ ਕੋਲੋਂ ਨਹੀਂ ਸੀ, ਇਹ ਸਿੱਖਾਂ ਨੇ 24,000 ਸਿੱਖਾਂ ਨੇ ਕਰ ਲਿਆ। ਸੋ ਖਾਲਸੇ ਦੀ ਇਹ ਫਤਿਹ ਨਾਲ ਸ੍ਰੀ ਹਰਿਮੰਦਰ ਸਾਹਿਬ ਦੀ ਸੇਵਾ ਦਾ ਸਬੱਬ ਵੀ ਬਣਿਆ, ਜੋ ਉੱਥੋਂ ਬਹੁਤ 50 ਲੱਖ ਰੁਪਈਆ ਨਗਦ ਕਹਿੰਦੇ ਆ ਸਿੰਘਾਂ ਨੂੰ ਮਿਲਿਆ ਸੀ।
ਜਿਹੜਾ ਸ੍ਰੀ ਦਰਬਾਰ ਸਾਹਿਬ ਦੀ ਸੇਵਾ ਵਿੱਚ ਖਾਲਸੇ